ਵੱਡ ਭਾਗੇ ਹੋ ਜਿਨ੍ਹਾਂ ਨੂੰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਤਿਨਾਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ ਦਰਸ਼ਨ ਦੀਦਾਰ ਬਖਸ਼ਿਸ਼ ਹੋਏ ਹਨ। ਇਸ ਵਕਤ ਜੋ ਇਸ ਗੁਰ ਅਸਥਾਨ ਦੀ ਮਰਿਆਦਾ ਹੈ, ਆਪ ਸਰਬੱਤ ਸੰਗਤਾਂ ਪੰਚਮ ਗੁਰਦੇਵ ਸਤਿਗੁਰੂ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਗਰੀਬ ਨਿਵਾਜ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤਿਨਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਨਤਮਸਤਕ ਹੋ ਰਹੇ ਹੋ। ਸਤਿਗੁਰੂ ਜੀਆਂ ਦੇ ਪਾਵਨ ਪਵਿੱਤਰ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰਨ ਦੇ ਵਾਸਤੇ ਆਪ ਸਰਬੱਤ ਸੰਗਤਾਂ ਬਿਰਾਜਮਾਨ ਹੋ। ਵੱਡ ਭਾਗੇ ਹੋ ਜਿਨ੍ਹਾਂ ਨੂੰ ਸੱਚਖੰਡ ਜੀਆਂ ਦੇ ਦਰਸ਼ਨ ਦੀਦਾਰ ਸਤਿਗੁਰੂ ਜੀਆਂ ਨੇ ਆਪ ਰਹਿਮਤਾਂ ਕਰਕੇ ਬਖਸ਼ਿਸ਼ਾਂ ਕਰਕੇ ਸਾਡੀ ਸਭਨਾ ਜੀਵਾਂ ਦੀ ਝੋਲੀ ਦੇ ਵਿੱਚ ਇਹ ਵੱਡੀ ਦਾਤ ਸਤਿਗੁਰਾਂ ਨੇ ਪਾਈ ਹੈ। ਆਓ ਜੋ ਪਿਛਲੇ ਪ੍ਰਕਰਣਾਂ ਦੇ ਅੰਦਰ ਆਪ ਸਰਬੱਤ ਸੰਗਤਾਂ ਨੇ ਸਤਿਗੁਰੂ ਜੀਆਂ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕੀਤਾ ਹੈ, ਅਗਲੇਰੀ ਕਥਾ ਮਨਚਿਤ ਬਿਰਤੀਆਂ ਨੂੰ ਇਕੱਤਰ ਕਰਕੇ ਸਤਿਗੁਰੂ ਜੀਆਂ ਦੇ ਚਰਨਾਂ ਕਮਲਾਂ ਵਿਖੇ ਬੜੇ ਪ੍ਰੇਮ ਸਹਿਤ ਨਮਸਕਾਰ ਕਰਕੇ ਆਪਾਂ ਨੇ ਸੁਣਨ ਦਾ ਯਤਨ ਕਰਨਾ ਹੈ। ਪਿਛਲੇ ਪ੍ਰਕਰਣ ਅੰਦਰ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਦਲ ਭੰਜਮ ਐਸੇ ਪਿਤਾ ਵੱਡ ਯੋਧੇ ਸੂਰਬੀਰ ਸਤਿਗੁਰੂ ਜੀਆਂ ਦੀ ਪਾਵਨ ਕਥਾ ਆਪ ਜੀਆਂ ਨੇ ਸਰਵਣ ਕੀਤੀ ਹੈ। ਕੱਲ ਤੋਂ ਲੈ ਕਰਕੇ 7ਵੀਂ ਰਾਸ ਦੀ ਪ੍ਰਾਰੰਭਤਾ ਹੋਈ ਹੈ। ਕਵੀ ਸੰਤੋਖ ਸਿੰਘ ਜੀ ਚੂੜਾਮਨ ਜਿਨ੍ਹਾਂ ਨੇ 10 ਹੀ ਪਾਤਸ਼ਾਹੀਆਂ ਦੇ ਚਰਨਾਂ ਕਮਲਾਂ ਅੰਦਰ ਮੰਗਲ ਕਰਦਿਆਂ ਹੋਇਆਂ ਸਤਿਗੁਰੂ ਜੀਆਂ ਦੇ ਚਰਨਾਂ ਕਮਲਾਂ ਦਾ ਧਿਆਨ ਧਰਦਿਆਂ ਹੋਇਆਂ ਇਹ 7ਵੀਂ ਰਾਸ ਦੀ ਪ੍ਰਾਰੰਭਤਾ ਕੀਤੀ ਹੈ। ਕਵੀ ਭਾਈ ਸੰਤੋਖ ਸਿੰਘ ਜੀ ਚੂੜਾਮਨੀ ਜਿਨ੍ਹਾਂ ਨੇ ਸਤਿਗੁਰੂ ਜੀਆਂ ਦਾ ਓਟ ਆਸਰਾ ਲੈਂਦਿਆਂ ਹੋਇਆਂ 7ਵੀਂ ਰਾਸ ਦੇ ਅੰਦਰ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦਾ ਰਹਿੰਦਾ ਹੋਇਆ ਪਾਵਨ ਇਤਿਹਾਸ ਦਰਜ ਕੀਤਾ ਹੈ। ਆਓ ਬੜੇ ਪ੍ਰੇਮ ਸਹਿਤ ਸਰਬੱਤ ਸੰਗਤਾਂ ਪ੍ਰੇਮਾ ਭਾਵਨੀ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਸਿੱਖ ਸੰਤਨ ਨਮੋ ਕਰ ਸਭ ਕੈ ਚਰਨ ਮਨਾਏ। ਕਵੀ ਭਾਈ ਸੰਤੋਖ ਸਿੰਘ ਜੀ ਚੂੜਾਮਨ ਜਿਨ੍ਹਾਂ ਨੇ ਪਹਿਲਾਂ 10 ਪਾਤਸ਼ਾਹੀਆਂ ਨੂੰ ਯਾਦ ਕਰਦਿਆਂ ਹੋਇਆਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਤੋਂ ਲੈ ਕਰਕੇ ਧੰਨ ਸਤਿਗੁਰੂ ਗਰੀਬ ਨਿਵਾਜ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੱਕ 10 ਪਾਤਸ਼ਾਹੀਆਂ ਦੇ ਚਰਨਾਂ ਕਮਲਾਂ ਦਾ ਧਿਆਨ ਧਰਦਿਆਂ ਹੋਇਆਂ ਸਤਿਗੁਰੂ ਜੀਆਂ ਦੇ ਗੁਣਾਂ ਨੂੰ ਦਰਸਾ ਕਰਕੇ ਆਪਣੇ ਆਪ ਨੂੰ ਨਿਮਾਣਾ ਜਨਾ ਕਰਕੇ ਅਰਦਾਸਾਂ ਬੇਨਤੀਆਂ ਕੀਤੀਆਂ ਕਿ ਆਪ ਜੀ ਕਿਰਪਾ ਕਰੋ ਅਗਲੇ ਇਤਿਹਾਸ ਜੋ 7ਵੀਂ ਰਾਸ ਦੇ ਵਿੱਚ ਹੈ ਆਪ ਜੀ ਮਿਹਰ ਦੀ ਦ੍ਰਿਸ਼ਟੀ ਕਰਕੇ ਇਸ ਪਾਵਨ ਪਵਿੱਤਰ ਇਤਿਹਾਸ ਨੂੰ ਲਿਖਾ ਲੈਣਾ। ਸਾਧ ਸੰਗਤ ਉਸ ਤੋਂ ਬਾਅਦ ਵੇਖੋ ਕਿਤਨਾ ਵੱਡਾ ਪ੍ਰੇਮ ਦਰਸਾਇਆ ਹੈ। ਗੁਰ ਸਿੱਖ ਸੰਤਨ ਨਾਮੋ ਕਰ ਸਭ ਕੈ ਚਰਨ ਮਨਾਏ। 10 ਪਾਤਸ਼ਾਹੀਆਂ ਤੋਂ ਬਾਅਦ 10 ਗੁਰੂ ਸਾਹਿਬਾਨਾਂ ਜੀਆਂ ਦਾ ਓਟ ਆਸਰਾ ਤੱਕਣ ਤੋਂ ਬਾਅਦ ਕਵੀ ਭਾਈ ਸੰਤੋਖ ਸਿੰਘ ਜੀ ਅਰਦਾਸ ਕਰਦੇ ਨੇ ਕਿੰਨਾ ਅੱਗੇ
ਗੁਰੂ ਕੇ ਪਿਆਰੇ ਸਿੱਖਾਂ ਦੇ ਅੱਗੇ, ਗੁਰੂ ਕੇ ਪਿਆਰੇ ਸੰਤਾਂ ਦੇ ਅੱਗੇ, ਗੁਰ ਸਿੱਖ ਸੰਤਨ ਨਾਮੋ ਕਰ, ਗੁਰੂ ਕੇ ਪਿਆਰੇ ਸਿੱਖਾਂ ਸੰਤਾਂ ਇਹਨਾਂ ਦੇ ਅੱਗੇ ਬੰਦਨਾ ਕਰਕੇ, ਨਮਸਕਾਰਾਂ ਕਰਕੇ ਸਭ ਕੇ ਚਰਨ ਮਨਾਏ ਤੇ ਸਾਰਿਆਂ ਦੇ ਚਰਨਾਂ ਨੂੰ ਮਨਾ ਕਰਕੇ ਜੀ। ਉਚਰਉ ਸਤਿਗੁਰ ਸੁਜਸ ਕੋ, ਮਨ ਬਾਂਛਤ ਫਲ ਦਾਏ। ਅੱਗੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦਾ ਜਸ ਉਚਾਰਨ ਕਰਨ ਦੇ ਵਾਸਤੇ, ਜਸ ਉਚਰਨ ਦੇ ਵਾਸਤੇ, ਜਿਨ੍ਹਾਂ ਦਾ ਜਸ ਕਰਦਿਆਂ ਸਾਧ ਸੰਗਤ ਜੀ ਮਨ ਬਾਂਛਤ ਫਲ ਪ੍ਰਾਪਤ ਹੁੰਦੇ ਨੇ। ਐਸੇ ਸਤਿਗੁਰੂ ਗਰੀਬ ਨਿਵਾਜ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਹੜਾ ਵੀ ਪ੍ਰੇਮਾ ਭਾਵਨੀ ਦੇ ਨਾਲ ਸਿੱਖ ਜਸ ਕਰਦਾ ਹੈ ਸਤਿਗੁਰੂ ਜੀਆਂ ਦਾ, ਸਤਿਗੁਰੂ ਜੀਆਂ ਦੇ ਗੀਤ ਗਾਉਂਦਾ ਹੈ, ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਉਹਨਾਂ ਨੂੰ ਮਨ ਇੱਛਤ ਫਲ ਜਿਹੜੇ ਹਨ ਉਹ ਪ੍ਰਾਪਤ ਹੁੰਦੇ ਨੇ। ਮਨ ਦੇ ਵਿੱਚ ਜਿਹੜੇ ਵੀ ਫਲਾਂ ਦੀ ਤਰਾਂਗ ਹੋਵੇ ਉਹਨਾਂ ਫਲਾਂ ਦੀ ਦਾਤ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਜਸ ਨੂੰ ਕਰਨ ਵੇਲੇ ਪ੍ਰਾਪਤ ਹੁੰਦੀ ਹੈ ਜੀ। ਚੌਪਈ ਸ੍ਰੀ ਹਰਗੋਬਿੰਦ ਬੈਠ ਕਿਰਪਾਲ। ਸਾਧ ਸੰਗਤ ਜੀ ਇਹ ਮੰਗਲ ਕਰਨ ਦੇ ਵਾਸਤੇ ਪਹਿਲਾਂ ਸਤਿਗੁਰੂ ਜੀਆਂ ਦੇ ਮੰਗਲ, ਫਿਰ ਸਿੱਖਾਂ ਸੇਵਕਾਂ ਦੇ ਮੰਗਲ ਕਰਕੇ ਅੱਗੇ ਕਵੀ ਜੀ ਫਿਰ ਇਤਿਹਾਸ ਪ੍ਰਾਰੰਭ ਕਰਦੇ ਨੇ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬੈਠੇ ਹੋਏ ਹਨ ਤੇ ਕਿੱਥੇ ਬੈਠੇ ਹੋਏ ਹਨ ਸਾਧ ਸੰਗਤ ਜੀ? ਜਿੱਥੋਂ ਆਪ ਜੀ ਦਰਸ਼ਨ ਦੀਦਾਰ ਕਰਕੇ ਆਏ ਹੋ ਨਾ, ਬੜੇ ਪ੍ਰੇਮ ਭਾਵਨੀ ਦੇ ਨਾਲ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਰਚੇ ਹੋਏ ਸਰਬ ਉੱਚਮ ਤਖਤ, ਕਿਹੜਾ ਤਖਤ? ਅਕਾਲ ਤਖਤ ਸਾਹਿਬ, ਜਿਹੜਾ ਸਾਰੇ ਹੀ ਤਖਤਾਂ ਦੇ ਨਾਲੋਂ ਉੱਚਾ ਹੈ। ਆਪ ਜੀ ਨੇ ਦਰਸ਼ਨ ਦੀਦਾਰ ਕੀਤੇ ਨੇ। ਜਿਹੜਾ ਵੀ ਇਸ ਤਖਤ ਦੇ ਉੱਪਰ ਆਣ ਕਰਕੇ ਦਰਸ਼ਨ ਦੀਦਾਰ ਕਰਦਾ ਹੈ ਨਾ, ਇਸ ਤਖਤ ਕੋਲੋਂ ਅਨੇਕਾਂ ਹੀ ਬਖਸ਼ਿਸ਼ਾਂ ਜਿਹੜੀਆਂ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀਆਂ ਵਰਸਦੀਆਂ ਹਨ। ਇਹ ਉਹ ਤਖਤ ਹੈ ਸਾਧ ਸੰਗਤ ਜੀ, ਕਿਸੇ ਵੇਲੇ ਜਹਾਂਗੀਰ ਬਾਦਸ਼ਾਹ ਵੇਲੇ ਲੋਕਾਂ ਦੇ ਅੰਦਰ ਭਾਰੀ ਪ੍ਰਚਾਰ ਹੋਣ ਲੱਗਾ, ਲੋਕਾਂ ਨੂੰ ਸੁਣਨ ਦੇ ਵਿੱਚ ਇਹ ਆਉਂਦਾ ਸੀ ਇੱਕ ਤੇ ਉਹ ਤਖਤ ਹੈ ਜਿਸ ਤਖਤ ਦੇ ਉੱਤੇ ਝੂਠਾ ਬਾਦਸ਼ਾਹ ਬੈਠਾ ਹੋਇਆ ਹੈ। ਸਾਡੇ ਵੱਡੇ ਭਾਗ ਫਿਰ ਉਸ ਵੇਲੇ ਇਹ ਆਵਾਜ਼ ਚੱਲੀ, ਇੱਕ ਤੇ ਝੂਠਾ ਤਖਤ ਹੈ ਤੇ ਇੱਕ ਸੱਚਾ ਤਖਤ ਹੈ। ਸੱਚਾ ਬਾਦਸ਼ਾਹ ਦਾ ਤਖਤ ਝੂਠਾ ਹੈ, ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਤੇ ਪਾਤਸ਼ਾਹ ਜੀਆਂ ਦਾ ਤਖਤ ਜਿਹੜਾ ਉੱਚਾ ਹੈ। ਇੱਥੇ ਮਜਲੂਮਾਂ ਦੀ ਰਾਖੀ ਹੁੰਦੀ ਹੈ, ਮਜਲੂਮਾਂ ਦੀ ਬਾਹ ਨੂੰ ਫੜਿਆ ਜਾਂਦਾ ਹੈ, ਆਵਾਜ਼ ਨੂੰ ਸੁਣਿਆ ਜਾਂਦਾ ਹੈ। ਇਹ ਵੱਡਾ ਤਖਤ ਹੈ, ਦੁਨੀਆ ਦੇ ਤਖਤਾਂ ਨੂੰ ਮਾਤ ਪਾਉਂਦਾ ਹੈ। ਔਰ ਸਾਧ ਸੰਗਤ ਜੀ ਵੱਡੀ ਬਾਤ, ਆਪਣੇ ਆਪ ਨੂੰ ਵੱਡੇ ਤਖਤਾਂ ਵਾਲੇ ਅਖਵਾਉਣ ਵਾਲੇ ਵੀ ਮਿਟ ਗਏ ਤੇ ਜਿਹੜੇ ਉਹਨਾਂ ਦੇ ਤਖਤ ਸਨ ਉਸ ਵੇਲੇ ਉਹਨਾਂ ਦਾ ਨਾਮੋ ਨਿਸ਼ਾਨ ਵੀ ਸੰਸਾਰ ਦੇ ਵਿੱਚ ਨਹੀਂ। ਪਰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਤਖਤ ਦੀ ਹਰ ਰੋਜ਼ ਹੀ ਵਡਿਆਈ, ਮਹਿਮਾ, ਉਸਤਤੀ ਜਿਹੜੀ ਹੈ ਉਹ ਵੱਧਦੀ ਹੈ ਤੇ ਹਮੇਸ਼ਾ ਵੱਧਦੀ ਹੀ ਰਹੇਗੀ, ਬਰਕਰਾਰ ਰਹੇਗੀ। ਐਸੇ ਤਖਤ ਉੱਪਰ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਿਰਪਾਲੂ ਪਿਤਾ ਬੈਠੇ ਹਨ, ਸੁਭਾਏਮਾਨ ਹੋਏ ਹਨ। ਸਿੱਖ ਸੰਗਤ ਕੋ ਕਰਹਿ ਨਿਹਾਲ। ਔਰ ਜਿਹੜੀਆਂ ਵੀ ਸਿੱਖ ਸੰਗਤਾਂ ਸਤਿਗੁਰੂ ਜੀਆਂ ਦੇ ਪਾਸ ਆਉਂਦੀਆਂ ਤਿੰਨਾਂ ਨੂੰ ਨਿਹਾਲ ਕਰ ਰਹੇ ਹਨ। ਅਨਕ ਕਾਮਨਾ ਪਾਏ ਸਿਧਾਰੈ। ਔਰ ਵੇਖੋ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਕੋਲ ਜਿਹੜੀ ਵੀ ਕੋਈ ਕਾਮਨਾ ਪਾ ਕਰਕੇ ਆਉਂਦਾ ਹੈ ਨਾ, ਕਾਮਨਾ ਲੈ ਕਰਕੇ ਆਉਂਦਾ ਹੈ, ਉਹਨਾਂ ਕਾਮਨਾ ਨੂੰ ਪੂਰੀਆਂ ਕਰਕੇ ਜਾਂਦਾ ਹੈ। ਕੋ ਮੁਖ ਸੁੰਦਰ ਨਿਕਟ ਨਿਹਾਰੈ। ਔਰ ਸਤਿਗੁਰੂ ਜੀਆਂ ਦਾ ਚਿਹਰਾ ਬਹੁਤ ਹੀ ਸੁੰਦਰ ਹੈ, ਦਗ ਦਗ ਕਰਦਾ ਚਿਹਰਾ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦਾ ਬੜਾ ਸੁੰਦਰ ਮੁਖੜਾ, ਜਿਸ ਮੁਖੜੇ ਦੇ ਦਰਸ਼ਨ ਸੰਗਤਾਂ ਬੜੇ ਪ੍ਰੇਮ ਦੇ ਨਾਲ ਕਰ ਰਹੀਆਂ ਨੇ।
ਸਾਧ ਸੰਗਤ ਜੀ, ਐਸੇ ਚਿਹਰੇ ਦੇ ਦਰਸ਼ਨ ਕੀਤਿਆਂ ਭਾਈ ਨੰਦ ਲਾਲ ਜੀ ਕਹਿੰਦੇ ਨੇ, ਭਾਵੇਂ ਜਿਤਨਾ ਮਰਜੀ ਘੁੱਪ ਹਨੇਰਾ ਹੋਵੇ ਨਾ, ਜਦੋਂ ਐਸੇ ਦਰਸ਼ਨ ਹੋਣ ਤੇ ਉਹ ਸਾਰਾ ਹੀ ਹਨੇਰਾ ਜਿਹੜਾ ਹੈ ਦੂਰ ਹੋ ਜਾਂਦਾ ਹੈ। ਔਰ ਭਾਈ ਨੰਦ ਲਾਲ ਜੀ ਜ਼ਿਕਰ ਕਰਦੇ, ਕਹਿੰਦੇ ਭਾਵੇਂ ਕਰੋੜਾਂ ਸੂਰਜ ਚੰਦ ਪਏ ਚਮਕਣ, ਪਰ ਜਿੱਥੇ ਸਤਿਗੁਰੂ ਜੀਆਂ ਦਾ ਪ੍ਰਕਾਸ਼ ਹੋ ਜਾਵੇ, ਜਿੱਥੇ ਸਤਿਗੁਰੂ ਜੀ ਆਪਣੀ ਰਹਿਮਤਾਂ ਭਰੀ ਮਿਹਰਾਂ ਭਰੀ ਨਿਗਾਹ ਕਰਨ, ਕਹਿੰਦੇ ਉੱਥੇ ਫਿਰ ਉਜਾਲਾ ਹੀ ਉਜਾਲਾ ਹੈ। ਘਰ ਫਿਰ ਉਜ਼ਦ ਹਜ਼ਾਰ ਮਿਹਰੋ ਮਾਂ, ਆਲਮੇ ਦਾ ਜੁਜ ਉਹ ਤਮਾਮ ਸਿਆ, ਕਹਿੰਦੇ ਸਾਰੇ ਸੂਰਜਾਂ ਨੂੰ ਮਾਤ ਪਾਉਣ ਵਾਲਾ। ਤੇ ਇੰਗਲਿਸ਼ ਦਾ ਟੀਕਾਕਾਰ ਕੀ ਕਹਿੰਦਾ ਹੈ? ਸਟਿਲ ਦਾ ਹੋਲ ਵਰਲਡ ਵਿਦ ਪਿੰਚ ਵਿਦਆਊਟ ਡਾਰਕਨੈਸ ਵਿਦ ਹਿਮ। ਪਰਮਾਤਮਾ ਤੋਂ ਬਿਨਾ, ਗੁਰੂ ਤੋਂ ਬਿਨਾ ਹਨੇਰਾ ਹੈ, ਪਰ ਜਿੱਥੇ ਗੁਰੂ ਦਾ ਪ੍ਰਕਾਸ਼ ਹੋ ਜਾਵੇ ਸਾਧ ਸੰਗਤ ਜੀ, ਉੱਥੇ ਸਦਾ ਵਾਸਤੇ ਚਾਨਣਾ ਹੈ। ਐਸੇ ਮੁਖੜੇ ਦੇ, ਐਸੇ ਗਰੀਬ ਨਵਾਜ ਸਤਿਗੁਰੂ ਜੀਆਂ ਦੇ ਸੰਗਤਾਂ ਦਰਸ਼ਨ ਕਰ ਰਹੀਆਂ ਹਨ। ਜਨਮ ਪਦਾਰਥ ਕਰਨ ਕਿਰਤਾਰਥ, ਜਿਹੜਾ ਜਨਮ ਦਾ ਪਦਾਰਥ ਹੈ ਸਾਧ ਸੰਗਤ ਜੀ, ਉਸ ਸਵਾਰਥ ਨੂੰ ਸੰਗਤਾਂ ਪੂਰੀਆਂ ਕਰ ਰਹੀਆਂ ਹਨ। ਜਿਸ ਤੇ ਹੋਏ ਸਦਾ ਸ਼ੁਭ ਸਵਾਰਥ, ਔਰ ਜਿਸ ਦੇ ਦਰਸ਼ਨ ਕਰਦਿਆਂ, ਜਿਸ ਪਦਾਰਥ ਨੂੰ ਪਾ ਕਰਕੇ ਸਾਰੇ ਹੀ ਸਵਾਰਥ ਜਿਹੜੇ ਹਨ ਉਹ ਜੀਵ ਦੇ ਪੂਰੇ ਹੁੰਦੇ ਹਨ। ਸਾਈਂ ਦਾਸ ਰਹਿਓ ਤਬ ਪਾਸ, ਇੱਥੇ ਫਿਰ ਬੜਾ ਪ੍ਰੇਮਾ ਭਾਵਨੀ ਰੱਖਣ ਵਾਲਾ ਗੁਰੂ ਜੀਆਂ ਦਾ ਸਿੱਖ ਸਾਈਂ ਦਾਸ। ਵੈਸੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਰਿਸ਼ਤੇ ਦੇ ਵਿੱਚ ਸਾਈਂ ਦਾਸ ਜੀ ਇਹਨਾਂ ਦੇ ਸਾਂਢੂ ਲੱਗਦੇ ਸਨ। ਸਾਈਂ ਦਾਸ ਜੀ ਪਰ ਪ੍ਰੇਮ ਭਾਵਨੀ ਵਾਲੇ ਸਨ, ਬੜੀ ਨਿਮਰਤਾ ਸਹਿਤ ਸਤਿਗੁਰੂ ਜੀਆਂ ਦੇ ਪ੍ਰੇਮੀ ਹੋ ਕਰਕੇ ਸਤਿਗੁਰੂ ਜੀਆਂ ਦੇ ਕੋਲ ਬੈਠੇ ਹਨ। ਕਰੇ ਤਾਹੇ ਸੋ ਬਾਕ ਬਿਲਾਸ, ਤੇ ਸਤਿਗੁਰੂ ਜੀਆਂ ਦੇ ਨਾਲ ਪ੍ਰੇਮਾ ਭਾਵਨੀ ਦੇ ਨਾਲ ਬਚਨ ਬਿਲਾਸ ਕਰ ਰਹੇ ਹਨ। ਦੀਪਮਾਲ ਕੋ ਮੇਲਾ ਆਇਓ, ਤੇ ਇੱਥੇ ਫਿਰ ਨੇੜੇ ਹੀ ਦੀਵਾਲੀ ਦਾ ਮੇਲਾ ਆਇਆ ਹੈ। ਜਿਤ ਕਿਤ ਤੇ ਸਿੱਖ ਗਨ ਉਮੜਾਇਓ, ਤੇ ਸਿੱਖ ਬੜੇ ਪ੍ਰੇਮ ਦੇ ਨਾਲ ਉਮੜਾ ਰਹੇ ਹਨ, ਉਤਸ਼ਾਹ ਦੇ ਨਾਲ ਹਨ। ਮੁਖ ਮਸੰਦ ਸੰਗਤਾਂ ਲਿਆਵੈ, ਬੜੇ ਪ੍ਰੇਮ ਦੇ ਨਾਲ ਸਿੱਖ ਆ ਰਹੇ ਹਨ ਇਸ ਉਤਸਵ ਨੂੰ ਮਨਾਉਣ ਦੇ ਵਾਸਤੇ। ਤੇ ਜਿਹੜੇ ਮੁਖੀ ਮਸੰਦ ਲੋਕ ਨੇ ਉਹ ਜਿਹੜੇ ਹਨ ਇਸ ਮੇਲੇ ਦੇ ਵਾਸਤੇ ਸੰਗਤਾਂ ਦਾ ਇਕੱਠ ਜਿਹੜਾ ਉਹ ਲੈ ਕਰਕੇ ਆ ਰਹੇ ਹਨ। ਦਰਬ ਸੰਚ ਗਨ ਆਪ ਸੁਹਾਵੈ, ਤੇ ਧਨ ਇਕੱਠਾ ਕਰਕੇ ਤੇ ਆਪ ਫਿਰ ਆਣ ਕਰਕੇ ਸੋਭਾ ਪਏ ਪਾਉਂਦੇ ਹਨ। ਅਟਲ ਰਾਏ ਕੀ ਸੁਧ ਕੋ ਪਾਏ, ਔਰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਸਪੁੱਤਰ ਬਾਬਾ ਅਟਲ ਰਾਏ ਜੀ, ਆਪ ਜੀਆਂ ਨੇ ਪਿਛਲੀ ਕਥਾ ਦੇ ਅੰਦਰ ਬਾਬਾ ਅਟਲ ਰਾਏ ਜੀਆਂ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕੀਤਾ ਹੈ। ਬਾਬਾ ਅਟਲ ਰਾਏ ਜੀ ਮੋਹਣ ਨੂੰ ਜਿਵਾਲਣ ਤੋਂ ਬਾਅਦ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਬਚਨਾਂ ਨੂੰ ਮੰਨ ਕਰਕੇ ਸੱਚਖੰਡ ਤਿਨਾਂ ਨੇ ਗਮਨ ਕੀਤਾ। ਔਰ ਸਾਧ ਸੰਗਤ ਜੀ ਸਾਰੀ ਵਿਧੀ ਹੋ ਗਈ ਹੈ, ਪਰ ਜਿਹੜਾ ਵੀ ਕੋਈ ਸਿੱਖ ਪ੍ਰੇਮਾ ਭਾਵਨੀ ਵਾਲਾ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਕੋਲ ਆਉਂਦਾ ਹੈ, ਉਹ ਸਾਰੇ ਆਣ ਕਰਕੇ ਬਾਬਾ ਅਟਲ ਰਾਏ ਜੀਆਂ ਦੇ ਬਾਰੇ ਪੁੱਛਦੇ ਹਨ। ਜਾਂ ਤੇ ਚੱਲ ਆਏ ਸਮੁਦਾਏ, ਅਨੇਕਾਂ ਹੀ ਇਕੱਠ ਜਿਹੜੇ ਚੱਲ ਕਰਕੇ ਇਸ ਜਗ੍ਹਾ ਦੇ ਉੱਪਰ ਆਏ ਹਨ। ਦਰਬ ਸੰਚ ਗਨ ਅਪਰ ਵਿਸਾਲਾ, ਔਰ ਸਾਧ ਸੰਗਤ ਜੀ ਧਨ ਇਕੱਠਾ ਕਰਕੇ ਔਰ ਅਨੇਕਾਂ ਹੀ ਪਦਾਰਥ ਜਿਹੜੇ ਇਕੱਠੇ ਕਰਕੇ ਪਹੁੰਚੇ ਸਕਲ ਆਏ ਤਿਸ ਕਾਲਾ, ਔਰ ਹੁਣ ਇਸ ਸਮੇਂ ਆਣ ਕਰਕੇ ਪਹੁੰਚ ਚੁੱਕੇ ਹਨ। ਪੂਰਬ ਸਤਿਗੁਰ ਕੇ ਢਿਗ ਜਾਵੈ, ਔਰ ਜਿਹੜੀਆਂ ਵੀ ਸੰਗਤਾਂ ਆਉਂਦੀਆਂ ਪਹਿਲਾਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਦੀਦਾਰ ਕਰਦੀਆਂ, ਪਹਿਲਾਂ ਆਣ ਕਰਕੇ ਸਤਿਗੁਰੂ ਜੀਆਂ ਦੇ ਦਰਸ਼ਨ ਦੀਦਾਰ ਕੀਤੇ ਜਾਂਦੇ। ਅਟਲ ਰਾਏ ਕੇ ਹੇਤ ਬੁਲਾਵੈ, ਔਰ ਫਿਰ ਦੂਜੇ ਪਾਸੇ ਬਾਬਾ ਅਟਲ ਰਾਏ ਜੀਆਂ ਦੇ ਬਾਰੇ ਹਿਰਖ ਕੀਤਾ ਜਾਂਦਾ। ਸਤਿਗੁਰੂ ਜੀ ਆਪ ਜੀਆਂ ਦੇ ਸਪੁੱਤਰ ਜਿਨ੍ਹਾਂ ਦੀ ਆਰਬਲਾ 9 ਵਰ੍ਹਿਆਂ ਦੀ ਸੀ, 9 ਸਾਲਾਂ ਦੀ ਸੀ, ਅਜੇ ਤੇ ਬਚਪਨੇ ਦੇ ਵਿੱਚ ਸਨ।
ਸਾਰੀਆਂ ਸੰਗਤਾਂ ਸਤਿਗੁਰੂ ਜੀਆਂ ਦੇ ਨਾਲ ਹਿਰਖ ਪਈਆਂ ਕਰਦੀਆਂ ਹਨ, ਪਰ ਗਰੀਬ ਨਿਵਾਜ ਸਭਨਾਂ ਨੂੰ ਧੀਰਜ ਦਿੰਦੇ ਹਨ ਕਿ ਬਾਬਾ ਅਟਲ ਰਾਏ ਜੀਆਂ ਦੀ ਓਨੀ ਉਸਤਤੀ ਸੰਸਾਰ ਦੇ ਵਿੱਚ ਰਹਿ ਕਰਕੇ ਨਹੀਂ ਹੋਵੇਗੀ ਜਿੰਨੀ ਉਸਤਤੀ ਸੰਸਾਰ ਦੇ ਵਿੱਚੋਂ ਜਾਣ ਦੇ ਮਗਰੋਂ ਹੋਵੇਗੀ। ਔਰ ਆਪ ਜੀ ਦਰਸ਼ਨ ਕਰਦੇ ਹੋ, ਬਾਬਾ ਅਟਲ ਰਾਏ ਜੀਆਂ ਦੀ ਬਹੁਤ ਵੱਡੀ ਮਹਿਮਾ ਹੈ। ਜਦੋਂ ਸਾਧ ਸੰਗਤ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ ਅੰਦਰ ਜਲਾਓ ਸਜਦਾ ਹੈ ਨਾ, ਉਸ ਤੋਂ ਪਹਿਲਾਂ ਜਲਾਓ ਬਾਬਾ ਅਟਲ ਰਾਏ ਸਾਹਿਬ ਜੀਆਂ ਦੇ ਦਰਬਾਰ ਦੇ ਅੰਦਰ ਸਜਦਾ ਹੈ। ਔਰ ਪ੍ਰੇਮਾ ਭਾਵਨੀ ਵਾਲਿਆਂ ਸਿੱਖਾਂ ਨੇ ਵੇਖੋ ਕਿੱਡੀ ਵੱਡੀ ਰਹਿਮਤ ਕੀਤੀ ਕਿ ਬਾਬਾ ਅਟਲ ਰਾਏ ਜੀਆਂ ਦੀ ਯਾਦ ਦੇ ਅੰਦਰ 9 ਵਰਿਆਂ ਦੀ ਹਾਰ ਬੁਲਾਏ ਤੇ 9 ਮੰਜ਼ਲਾ ਅਸਥਾਨ ਜਿਹੜਾ ਇਸ ਦੇ ਚੁਗਿਰਦੇ ਅੰਦਰ ਆਪਾਂ ਸਮਝੀਏ ਸਭਨਾਂ ਤੋਂ ਉੱਚਾ ਹੈ। ਸੁਰ ਬਾਬਾ ਅਟਲ ਰਾਏ ਜੀ ਇਸ ਪਾਵਨ ਪਵਿੱਤਰ ਅਸਥਾਨ ਦੇ ਉੱਪਰ ਸੋਭਾ ਪਾ ਰਹੇ ਹਨ। ਪੁਨਿ ਉਪਾਇਨ ਕੋ ਅਰ ਪਾਵੈ। ਔਰ ਸਾਧ ਸੰਗਤ ਜੀ ਪਹਿਲਾਂ ਬਾਬਾ ਅਟਲ ਰਾਏ ਜੀਆਂ ਦਾ ਹਿਰਖ ਕਰਦੇ ਔਰ ਫਿਰ ਬੜੇ ਪ੍ਰੇਮ ਸਹਿਤ ਜਿਹੜੀਆਂ ਵੀ ਸੰਗਤਾਂ ਭੇਟਾਵਾਂ ਲੈ ਕਰਕੇ ਆਉਂਦੀਆਂ ਉਹ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਅਰਪਣ ਕਰਦੀਆਂ ਹਨ। ਗੁਰ ਤੇ ਖੁਸ਼ੀ ਬੰਦ ਕਰ ਪਾਵੈ। ਔਰ ਸਤਿਗੁਰੂ ਜੀਆਂ ਦੇ ਦਰਸ਼ਨ ਕਰਕੇ ਦੋਵੇਂ ਹੱਥ ਜੋੜ ਸਤਿਗੁਰੂ ਜੀਆਂ ਨੂੰ ਨਮਸਕਾਰ ਕਰਕੇ ਸੰਗਤਾਂ ਖੁਸ਼ੀ ਨੂੰ ਪਾਉਂਦੀਆਂ ਹਨ। ਸ੍ਰੀ ਗੁਰ ਤਖਤ ਅਕਾਲ ਸੁਹਾਏ। ਪੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅਕਾਲ ਤਖਤ ਦੇ ਉੱਪਰ ਬੈਠ ਕਰਕੇ ਸੋਭਾ ਪਾ ਰਹੇ ਹਨ। ਧਰੇ ਉਪਾਇਨ ਜੇ ਸਿੱਖ ਲਿਆਏ। ਜਿਹੜੀਆਂ ਵੀ ਸਿੱਖ ਸੰਗਤਾਂ ਭੇਟਾਵਾਂ ਲੈ ਕਰਕੇ ਆਉਂਦੀਆਂ ਉਹ ਸਤਿਗੁਰੂ ਜੀਆਂ ਦੇ ਚਰਨਾਂ ਕਮਲਾਂ ਦੇ ਵਿੱਚ ਰੱਖਦੀਆਂ ਹਨ। ਅਦਕ ਭੀਰ ਚੌ ਦਿਸ਼ ਮਹਿ ਹੋਵੈ। ਔਰ ਸਤਿਗੁਰੂ ਜੀਆਂ ਦਾ ਦਰਸ਼ਨ ਦੀਦਾਰ ਕਰਨ ਦੇ ਵਾਸਤੇ ਅਨੇਕਾਂ ਹੀ ਭੀੜਾਂ ਜਿਹੜੀਆਂ ਹਨ ਸਿੱਖ ਸੰਗਤਾਂ ਦੀਆਂ ਲੱਗੀਆਂ ਹੋਈਆਂ ਹਨ। ਖਰੇ ਹਜ਼ਾਰੋਂ ਦਰਸ਼ਨ ਜੋਵੈ। ਔਰ ਅਨੇਕਾਂ ਹੀ ਸਿੱਖ ਸੰਗਤ ਜਿਹੜੇ ਹਨ ਸਤਿਗੁਰੂ ਜੀਆਂ ਦੇ 4 ਚੁਫੇਰੇ ਖੜੇ ਹੋਏ ਹਨ ਕਿ ਸਤਿਗੁਰੂ ਜੀਆਂ ਦੇ ਦਰਸ਼ਨ ਹੋ ਜਾਣ। ਮਹਾ ਮਸੰਦ ਬ੍ਰਿੰਦ ਥਿਤ ਪਾਸ। ਔਰ ਸਾਧ ਸੰਗਤ ਜੀ ਮਸੰਦਾਂ ਦੇ ਮੁਖੀ ਜਿਹੜੇ ਹਨ ਉਹ ਵੀ ਸਤਿਗੁਰੂ ਜੀਆਂ ਦੇ ਪਾਸ ਹੀ ਬੈਠੇ ਹੋਏ ਹਨ। ਖਰੋ ਮੇਵਰੋ ਕਰ ਅਰਦਾਸ। ਔਰ ਜਿਵੇਂ ਅੱਜ ਵੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਿਰਾਜਮਾਨ ਸੁਭਾਏਮਾਨ ਨੇ ਨਾ, ਤੇ ਆਪਾਂ ਦੇਖਦੇ ਜਦੋਂ ਸਿੱਖਾਂ ਨੇ ਅਰਦਾਸਾਂ ਬੇਨਤੀਆਂ ਕਰਵਾਉਣੀਆਂ ਹੋਣ ਉਹ ਗੁਰੂ ਕੇ ਵਜ਼ੀਰਾਂ ਨੂੰ ਮੇਵੜਿਆਂ ਨੂੰ ਬੇਨਤੀ ਕਰਦੇ, ਸਾਡੀ ਗਰੀਬਾਂ ਦੀ ਬੇਨਤੀ ਸੱਚੇ ਪਾਤਸ਼ਾਹ ਜੀਆਂ ਦੇ ਅੱਗੇ ਕਰੋ। ਇਸੇ ਤਰ੍ਹਾਂ ਸਿੱਖ ਸੰਗਤਾਂ ਸਤਿਗੁਰੂ ਜੀਆਂ ਦੇ ਚਰਨਾਂ ਕਮਲਾਂ ਵਿਖੇ ਆਣ ਕਰਕੇ ਔਰ ਪ੍ਰੇਮਾ ਭਾਵਨੀ ਦੇ ਨਾਲ ਅਰਦਾਸੀਆਂ ਦੇ ਪਾਸੋਂ ਆਪਣੀ ਅਰਦਾਸ ਨੂੰ ਕਰਵਾਉਂਦੀਆਂ ਹਨ। ਸੁਭਟਨ ਕੋ ਵੱਡ ਲੱਗਿਓ ਦੀਵਾਨ। ਔਰ ਵੱਡੇ ਸੂਰਮਿਆਂ ਦਾ ਦੀਵਾਨ ਲੱਗਾ ਹੋਇਆ ਹੈ। ਸਾਧ ਸੰਗਤ ਜੀ ਢਾਡੀ ਵੀਰ ਢਾਡੀ ਵਾਰਾਂ ਗਾ ਰਹੇ ਹਨ। ਔਰ ਸੂਰਮਿਆਂ ਦਾ ਦੀਵਾਨ ਕਿਉਂ? ਕਿਉਂਕਿ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਬਾਰ ਦੇ ਅੰਦਰ ਸ਼ਸਤਰਾਂ ਬਸਤਰਾਂ ਨੂੰ ਪਹਿਨਣ ਵਾਲੇ ਸੂਰਮੇ ਨੇ। ਸਤਿਗੁਰੂ ਜੀਆਂ ਦੇ ਦਰਬਾਰ ਅੰਦਰ ਜਿਨ੍ਹਾਂ ਕੋਲ ਵੱਡੇ ਵੱਡੇ ਤਾਜੀ ਤੁਰਕੀ ਘੋੜੇ ਨੇ, ਐਸੇ ਬੜੀ ਸੂਰਮੇ ਕਿਰਪਾਨ ਦੇ ਜੌਹਰ ਵਿਖਾਉਣ ਵਾਲੇ, ਸ਼ਸਤਰਾਂ ਦੇ ਜੌਹਰ ਵਿਖਾਉਣ ਵਾਲੇ ਸਤਿਗੁਰੂ ਜੀਆਂ ਦੇ ਦਰਬਾਰ ਦੇ ਅੰਦਰ ਐਸੇ ਸੂਰਮੇ ਨੇ ਜਿਨ੍ਹਾਂ ਦਾ ਭਾਰੀ ਦੀਵਾਨ ਲੱਗਾ ਹੋਇਆ ਹੈ। ਬੀਚ ਬਿਰਾਜੈ ਸ਼੍ਰੀ ਭਗਵਾਨ। ਔਰ ਇਹਨਾਂ ਸੂਰਮਿਆਂ ਦੇ ਅੰਦਰ ਇਹਨਾਂ ਸੰਗਤਾਂ ਦੇ ਵਿਚਕਾਰ ਸਤਿਗੁਰੂ ਸ਼੍ਰੀ ਭਗਵਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਿਰਾਜਮਾਨ ਹੋਏ ਹਨ। ਚਮਰ ਚਾਰ ਸਿਰ ਪਰ ਸ਼ੁਭ ਢੋਰੈ। ਔਰ ਸਤਿਗੁਰੂ ਜੀਆਂ ਦੀ ਸੋਭਾ ਵੇਖੋ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਮਸਤਕ ਦੇ ਉੱਪਰ ਬੜਾ ਸੋਹਣਾ ਚਿੱਟੇ ਰੰਗ ਦਾ ਸਫੈਦ ਚੌਰ ਸਾਹਿਬ ਹੋ ਰਿਹਾ ਹੈ। ਹੰਸਨ ਕੀ ਸਮਸਰਤਾ ਧਰੈ। ਔਰ ਕਵੀ ਜੀ ਕਹਿੰਦੇ ਜਿਵੇਂ ਹੰਸ ਉਡਾਰੀਆਂ ਮਾਰਦਾ ਹੈ ਨਾ, ਇਸ ਤਰ੍ਹਾਂ ਹੰਸ ਦੇ ਵਾਂਗ ਚਿੱਟਾ ਚੌਰ ਸਾਹਿਬ ਜਿਹੜਾ ਹੈ
ਸਤਿਗੁਰੂ ਜੀਆਂ ਦੇ ਸੀਸ ਦੇ ਉੱਪਰ ਝੁੱਲ ਰਿਹਾ ਹੈ। ਸ਼ਸਤਰ ਆਨ ਜੋ ਅਰਪਤ ਆਗੈ। ਔਰ ਸਤਿਗੁਰੂ ਜੀਆਂ ਦਾ ਇਹ ਹੁਕਮ ਸੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੇ ਸਿੱਖਾਂ ਨੂੰ ਇਹ ਹੁਕਮ ਕੀਤਾ ਸੀ ਕਿ ਜਿਹੜੇ ਵੀ ਸਿੱਖ ਪ੍ਰੇਮਾ ਭਾਵਨੀ ਦੇ ਨਾਲ ਸਾਡੇ ਦਰਬਾਰ ਦੇ ਅੰਦਰ ਆਉਣ, ਉਹ ਚੰਗੇ ਤੋਂ ਚੰਗਾ ਸ਼ਸਤਰ ਭੇਟ ਕਰਨ, ਆਪਣੀਆਂ ਜਵਾਨੀਆਂ ਵਾਰ ਦੇਣ। ਔਰ ਸਾਧ ਸੰਗਤ ਜੀ, ਫਿਰ ਜਿਹੜੇ ਪ੍ਰੇਮ ਵਾਲੇ ਗੁਰਸਿੱਖ ਸ਼ਸਤਰ ਲੈ ਕੇ ਆਉਂਦੇ ਔਰ ਸਤਿਗੁਰੂ ਜੀਆਂ ਦੇ ਚਰਨਾਂ ਕਮਲਾਂ ਵਿਖੇ ਅਰਪਣ ਕਰਦੇ ਹਨ। ਤਿਸੇ ਗਹਿ ਕਬ ਹੀਰਨ ਲਾਗੈ। ਔਰ ਸਤਿਗੁਰੂ ਜੀ ਫਿਰ ਬੜੇ ਪਿਆਰ ਦੇ ਨਾਲ ਸਿੱਖਾਂ ਦੇ ਪਾਸੋਂ ਸ਼ਸਤਰ ਲੈ ਕਰਕੇ ਉਹਨਾਂ ਸ਼ਸਤਰਾਂ ਦੇ ਦਰਸ਼ਨ ਕਰਦੇ, ਬੜੇ ਪਿਆਰ ਦੇ ਨਾਲ ਉਹਨਾਂ ਸ਼ਸਤਰਾਂ ਨੂੰ ਦੇਖਦੇ ਹਨ। ਵਿਧੀ ਚੰਦ ਜੇਠਾਦਕ ਔਰ ਭਾਈ ਵਿਧੀ ਚੰਦ ਜੀ, ਭਾਈ ਜੇਠਾ ਜੀ ਤੇ ਹੋਰ ਸਿੱਖ ਪਰਵਾਰਤ ਸੋਢੀ ਸਿਰ ਮੌਰ। ਸਤਿਗੁਰੂ ਸੋਢੀ ਸ਼ਹਿਨਸ਼ਾਹ ਪਿਤਾ ਜੀਆਂ ਦੇ ਕੋਲ ਚੌਗਿਰ ਦੇ ਅੰਦਰ ਬੈਠੇ ਹਨ। ਕਬ ਗੁਰਦਾਸ ਸੰਗ ਕਹਿ ਬੈਨ। ਔਰ ਕਦੀ ਕਦੀ ਸਤਿਗੁਰੂ ਗਰੀਬ ਨਵਾਜ ਮੀਰੀ ਪੀਰੀ ਦੇ ਮਾਲਕ ਭਾਈ ਗੁਰਦਾਸ ਜੀ ਦੇ ਨਾਲ ਬਚਨ ਕਰਦੇ ਹਨ। ਕਬੋਂ ਕਰੇ ਸੰਗਤ ਦਿਸ਼ ਨੈਣ। ਔਰ ਭਜਨ ਕਰਦੇ ਕਰਦੇ ਤੇ ਕਦੀ ਕਦੀ ਆਪਣੇ ਨੇਤਰ ਜਿਹੜੇ ਹਨ ਉਹ ਸੰਗਤ ਦੇ ਵੱਲ ਕਰਦੇ ਹਨ। ਆਪਣੀ ਮਿਹਰ ਭਰੀ ਦ੍ਰਿਸ਼ਟੀ ਜਿਹੜੀ ਹੈ ਉਹ ਸੰਗਤ ਦੇ ਉੱਪਰ ਪਾ ਰਹੇ ਹਨ। ਸ੍ਰੀ ਗੁਰ ਦਿੱਤਾ ਨਿਕਟ ਸੁਹਾਏ। ਔਰ ਬਾਬਾ ਗੁਰਦਿੱਤਾ ਜੀ ਸਤਿਗੁਰੂ ਜੀਆਂ ਦੇ ਪਾਵਨ ਸਪੁੱਤਰ, ਜਿਨ੍ਹਾਂ ਨੂੰ ਸਤਿਗੁਰੂ ਜੀਆਂ ਨੇ ਬੜਾ ਸਤਿਕਾਰ ਦਿੱਤਾ, ਬਾਬਾ ਜੀ ਕਹਿ ਕਰਕੇ ਪੁਕਾਰਿਆ। ਬਾਬਾ ਗੁਰਦਿੱਤਾ ਜੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਸਪੁੱਤਰ ਵੀ ਕੋਲ ਬੈਠੇ ਹਨ। ਇੱਕ ਦਿਸ਼ ਸੂਰਜ ਮਲ ਦੁੱਤ ਪਾਏ। ਔਰ ਇੱਕ ਪਾਸੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਦੂਸਰੇ ਸਪੁੱਤਰ ਬਾਬਾ ਸੂਰਜਮਲ ਜੀ ਬੈਠੇ ਹਨ। ਅਣੀ ਰਾਏ ਬੈਠੇ ਗੁਰ ਤੀਰ। ਔਰ ਨੇੜੇ ਹੀ ਅਣੀ ਰਾਏ ਜੀ ਸਤਿਗੁਰੂ ਜੀਆਂ ਦੇ ਸਪੁੱਤਰ ਬੈਠੇ ਹਨ। ਆਵੇ ਜਾਹੇ ਸੰਗਤਾਂ ਭੀਰ। ਬੜੇ ਪ੍ਰੇਮ ਦੇ ਨਾਲ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ ਸਤਿਗੁਰੂ ਜੀਆਂ ਦੇ ਕੋਲ ਬੈਠੇ ਹਨ। ਔਰ ਸੰਗਤਾਂ ਦੀ ਭੀੜ ਆਉਂਦੀ ਜਾਂਦੀ ਹੈ ਸਤਿਗੁਰੂ ਜੀਆਂ ਦੇ ਦਰਸ਼ਨ ਕਰਨ ਦੇ ਵਾਸਤੇ। ਸ਼ਬਦ ਰਬਾਬੀ ਗਾਵਤ ਆਗੇ। ਔਰ ਅੱਗੇ ਅੱਗੇ ਫਿਰ ਰਬਾਬੀ ਜਿਹੜੇ ਹਨ ਉਹ ਪਾਵਨ ਸ਼ਬਦ ਉਚਾਰ ਰਹੇ ਹਨ। ਸੁਨਤ ਸਿੱਖ ਸਮਝਤ ਵੱਡ ਭਾਗੇ। ਔਰ ਦੇਖੋ ਕਿੱਡੀ ਵੱਡੀ ਬਾਤ ਹੈ ਸਾਧ ਸੰਗਤ ਜੀ, ਆਪਾਂ ਵੀ ਸਤਿਗੁਰੂ ਜੀਆਂ ਦੀ ਪਾਵਨ ਪਵਿੱਤਰ ਵਡਿਆਈ ਸਰਵਣ ਕਰਦੇ ਹਾਂ, ਗੁਰੂ ਕਾ ਕੀਰਤਨ, ਗੁਰੂ ਕੀ ਕਥਾ ਵਿਚਾਰ ਸਰਵਣ ਕਰਦੇ ਹਾਂ। ਕਵੀ ਜੀ ਕਹਿੰਦੇ ਨੇ ਗੁਰੂ ਜੀ ਕੋਲ ਅਨੇਕਾਂ ਸਿੱਖ ਬੈਠੇ ਨੇ, ਪਰ ਵਡਭਾਗੇ ਸਿੱਖ ਨੇ ਕਿ ਜਦੋਂ ਸਤਿਗੁਰੂ ਜੀਆਂ ਦੇ ਪਾਵਨ ਰਵਾਬੀ ਕੀਰਤਨ ਗਾਇਨ ਕਰ ਰਹੇ ਨੇ ਨਾ, ਵਡਭਾਗੇ ਸਿੱਖ ਜਿਹੜੇ ਸ਼ਬਦਾਂ ਨੂੰ ਸੁਣ ਰਹੇ ਨੇ। ਸੁਣਤ ਸਿੱਖ ਸਮਝਤ ਵਡਭਾਗੈ। ਕਹਿੰਦੇ ਸਿੱਖ ਜਿਹੜੇ ਨੇ ਸਤਿਗੁਰੂ ਜੀਆਂ ਦੇ ਪਾਵਨ ਸ਼ਬਦ ਨੂੰ ਸੁਣਦੇ ਨੇ ਤੇ ਕਹਿੰਦੇ ਫਿਰ ਉਸ ਨੂੰ ਸੁਣ ਕਰਕੇ ਸਮਝਦੇ ਨੇ। ਵਡਭਾਗੀ ਨੇ ਉਹ ਸਿੱਖ ਜਿਹੜੇ ਸਤਿਗੁਰੂ ਜੀਆਂ ਦਾ ਕੀਰਤਨ ਸੁਣਦੇ ਨੇ, ਕਿਉਂਕਿ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ, ਤਿਸ ਜਨ ਦੁਖ ਨਿਕਟ ਨਹੀਂ ਆਵੈ। ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਕਹਿੰਦੇ ਜਿਹੜਾ ਭਾਈ ਪ੍ਰੇਮਾ ਭਾਵਨੀ ਦੇ ਨਾਲ ਗੁਰੂ ਕਾ ਕੀਰਤਨ ਸੁਣਦਾ ਹੈ, ਗੁਰੂ ਕੀ ਕੀਰਤੀ ਨੂੰ ਗਾਉਂਦਾ ਹੈ, ਕਹਿੰਦੇ ਉਹਦੇ ਨੇੜੇ ਤੇੜੇ ਵੀ ਦੁੱਖ ਨਹੀਂ ਆਉਂਦੇ। ਕਹਿੰਦੇ ਉਹ ਵਡਭਾਗੀ ਨੇ ਸਿੱਖ ਜਿਹੜੇ ਪਹਿਲਾਂ ਤੇ ਸਤਿਗੁਰੂ ਜੀਆਂ ਦੀ ਪਾਵਨ ਵਡਿਆਈ ਨੂੰ ਸੁਣਦੇ ਨੇ, ਗੁਰੂ ਕਾ ਕੀਰਤਨ ਸੁਣਦੇ ਨੇ ਤੇ ਫਿਰ ਸਤਿਗੁਰੂ ਕਹਿੰਦੇ ਸਮਝਦੇ ਵੀ ਨੇ। ਸਮਝਣਾ ਮਤਲਬ ਗ੍ਰਹਿਣ ਕਰਨਾ, ਆਪਣੇ ਹਿਰਦੇ ਅੰਦਰ ਵਸਾ ਲੈਣਾ। ਐਸੇ ਸਿੱਖ ਸਤਿਗੁਰੂ ਜੀਆਂ ਦੇ ਨਜ਼ਦੀਕ ਬੈਠੇ ਹਨ। 10 ਅੰਕ ਸ਼੍ਰੀ ਤੇਗ ਬਹਾਦਰ। ਔਰ ਸਤਿਗੁਰੂ ਜੀਆਂ ਦੇ ਸੇਵਕ ਦੇ ਕੋਲ ਬੜੇ ਪ੍ਰੇਮ ਦੇ ਨਾਲ ਸੇਵਕ ਦੀ ਗੋਦੀ ਦੇ ਅੰਦਰ ਸ਼੍ਰੀ ਤੇਗ ਬਹਾਦਰ ਜੀ ਬੈਠੇ ਹੋਏ ਹਨ। ਬੈਠੇ ਸਤਿਗੁਰ ਕੇ ਢਿਗ ਸਾਦਰ। ਇਹ ਵੀ ਸਿੱਖ ਜਿਹੜਾ ਹੈ ਸ਼੍ਰੀ ਤੇਗ ਬਹਾਦਰ ਸਾਹਿਬ ਜੀਆਂ ਨੂੰ ਆਪਣੀ ਗੋਦ ਦੇ ਅੰਦਰ ਲੈ ਕਰਕੇ
ਬੜੇ ਆਦਰ ਦੇ ਨਾਲ ਪ੍ਰੇਮ ਦੇ ਨਾਲ ਬੈਠਾ ਹੋਇਆ ਹੈ। ਕਰੇ ਕਾਮਨਾ ਪੂਰਨ ਬ੍ਰਿੰਦ। ਸਤਿਗੁਰੂ ਜੀ ਸਭਨਾਂ ਦੀਆਂ ਕਾਮਨਾਵਾਂ ਭਾਵਨਾਵਾਂ ਪੂਰੀਆਂ ਕਰ ਰਹੇ ਹਨ। ਸਭ ਬਿਦ ਸਭਨ ਆਨੰਦ ਬਿਲੰਦ। ਔਰ ਸਾਰੇ ਹੀ ਸਭ ਵਿਧੀਆਂ ਦੇ ਨਾਲ ਪ੍ਰੇਮਾ ਭਾਵਨੀ ਦੇ ਨਾਲ ਆਨੰਦ ਦੇ ਵਿੱਚ ਹਨ। ਪ੍ਰੇਮ ਚੰਦ ਇੱਕ ਖੱਤਰੀ ਆਇਓ। ਸਿਰ ਸਤਿਗੁਰੂ ਜੀਆਂ ਦੇ ਕੋਲ ਇੱਕ ਪ੍ਰੇਮਾ ਭਾਵਨੀ ਵਾਲਾ ਪ੍ਰੇਮ ਚੰਦ ਨਾਮ ਦਾ ਇੱਕ ਖੱਤਰੀ ਆਇਆ ਹੈ। ਸਹਿਤ ਪੁੱਤਰ ਸਤਿਗੁਰ ਦਰਸਾਇਓ। ਔਰ ਜਦੋਂ ਉਹਨੇ ਆਣ ਕਰਕੇ ਦੇਖਿਆ ਕਿ ਸਤਿਗੁਰੂ ਜੀਆਂ ਦੇ ਸਪੁੱਤਰ ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ ਔਰ ਬਾਬਾ ਗੁਰਦਿੱਤਾ ਜੀ ਔਰ ਇੱਕ ਸਿੱਖ ਦੀ ਗੋਦ ਦੇ ਵਿੱਚ ਸ਼੍ਰੀ ਤੇਗ ਬਹਾਦਰ ਸਾਹਿਬ ਜੀ ਔਰ ਸਤਿਗੁਰੂ ਜੀ ਸੋਭਾ ਪਾ ਰਹੇ ਹਨ। ਸਤਿਗੁਰੂ ਜੀਆਂ ਦੇ ਨਾਲ ਜਦੋਂ ਸਤਿਗੁਰੂ ਜੀਆਂ ਦੇ ਸਪੁੱਤਰ ਦੇ ਇਸ ਖੱਤਰੀ ਪ੍ਰੇਮ ਚੰਦ ਨੇ ਦਰਸ਼ਨ ਦੀਦਾਰ ਕੀਤੇ ਹਨ। ਕੰਨਿਆ ਹੋਤੀ ਤਾਹੇ ਘਰ ਮਾਹੀ। ਔਰ ਇਸ ਖੱਤਰੀ ਦੀ ਘਰ ਦੇ ਵਿੱਚ ਇੱਕ ਕੰਨਿਆ ਸੀ। ਵਰ ਖੋਜਤ ਕਿਤ ਪਾਇਓ ਨਾਹੀ। ਔਰ ਇਸ ਪ੍ਰੇਮ ਚੰਦ ਖੱਤਰੀ ਨੇ ਵਰ ਲੱਭਣ ਦੀ ਭਾਲ ਦੇ ਵਿੱਚ ਸੀ, ਪਰ ਅਜੇ ਤੱਕ ਕੋਈ ਵੀ ਵਰ ਤਿਸ ਪਿਖ ਕੈ ਅਬਲਾਖਾ ਧਰੀ। ਔਰ ਇਸ ਨੇ ਆਪਣੇ ਮਨ ਦੇ ਅੰਦਰ ਸਤਿਗੁਰੂ ਜੀਆਂ ਦੇ ਸਪੁੱਤਰਾਂ ਨੂੰ ਵੇਖ ਕਰਕੇ ਇੱਕ ਪ੍ਰੇਮ ਦੇ ਨਾਲ ਅਭਿਲਾਸ਼ਾ ਧਾਰਨ ਕੀਤੀ ਹੈ। ਚਹਿਤ ਸਗਾਈ ਗੁਰ ਸੁਤ ਕਰੀ। ਔਰ ਇਹਦੇ ਮਨ ਦੇ ਵਿੱਚ ਇਹ ਆਇਆ ਹੈ, ਇਹ ਚਾਹੁੰਦਾ ਹੈ ਪ੍ਰੇਮ ਚੰਦ ਖੱਤਰੀ ਕਿ ਸਤਿਗੁਰੂ ਜੀਆਂ ਦੇ ਸਪੁੱਤਰਾਂ ਦੇ ਨਾਲ ਮੇਰੀ ਲੜਕੀ ਤਿਸ ਦੀ ਸੁਗਾਈ ਹੋ ਜਾਵੇ। ਮੈਂ ਵਰ ਲੱਭਣ ਵਾਸਤੇ ਸੀ, ਲੱਭਿਆ ਨਹੀਂ, ਪਰ ਮੇਰੇ ਹੁਣ ਮਨ ਦੀ ਇਹ ਅਭਿਲਾਸ਼ਾ ਹੈ ਕਿ ਮੇਰੀ ਸਪੁੱਤਰੀ ਦਾ ਵਰ ਸਤਿਗੁਰੂ ਜੀਆਂ ਦੇ ਪੁੱਤਰਾਂ ਦੇ ਵਿੱਚੋਂ ਹੋਵੇ। ਹਾਥ ਜੋਰ ਹੋਏ ਖਰੋ ਅਗਾਰੀ। ਔਰ ਬੜੀ ਪ੍ਰੇਮਾ ਭਾਵਨੀ ਦੇ ਨਾਲ ਪ੍ਰੇਮ ਚੰਦ ਖੱਤਰੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਅੱਗੇ ਦੋਵੇਂ ਹੱਥ ਜੋੜ ਪ੍ਰੇਮ ਦੇ ਨਾਲ ਖੜਾ ਹੋਇਆ ਹੈ। ਗੁਰ ਸਨਮੁਖ ਥਿਤ ਗਿਰਾ ਉਚਾਰੀ। ਔਰ ਸਤਿਗੁਰੂ ਜੀਆਂ ਦੇ ਸਾਹਮਣੇ ਹੋ ਕਰਕੇ ਪ੍ਰੇਮਾ ਭਾਵਨੀ ਦੇ ਨਾਲ ਬਚਨ ਕਰ ਰਿਹਾ ਹੈ। ਮਹਾਰਾਜ ਮੇਰੀ ਅਰਦਾਸ। ਔਰ ਸਤਿਗੁਰੂ ਜੀਆਂ ਨੂੰ ਬਚਨ ਕਰ ਰਿਹਾ ਹੈ, ਮਹਾਰਾਜ ਮੇਰੀ ਅਰਦਾਸ, ਮੇਰੀ ਇੱਕ ਅਰਦਾਸ ਹੈ, ਮੇਰੀ ਇੱਕ ਬੇਨਤੀ ਹੈ, ਮੇਰੀ ਇੱਕ ਅਰਜ਼ ਹੈ। ਪੂਰਨ ਕਰੋ ਦੀਨ ਕੀ ਆਸ। ਸਰਬੱਤ ਸੰਗਤਾਂ ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਪੂਰਨ ਕਰੋ ਦੀਨ ਕੀ ਆਸ। ਜਿਹੜਾ ਵੀ ਪ੍ਰੇਮ ਦੇ ਨਾਲ ਸਤਿਗੁਰੂ ਜੀਆਂ ਦੇ ਅੱਗੇ ਸਨਮੁਖ ਹੋ ਕਰਕੇ ਪ੍ਰੇਮਾ ਭਾਵਨੀ ਦੇ ਨਾਲ ਆਪਣੇ ਦੋਵੇਂ ਹੱਥ ਜੋੜ ਕਰਕੇ ਸਤਿਗੁਰੂ ਜੀਆਂ ਅੱਗੇ ਬੇਨਤੀ ਕਰੇ, ਭਾਵੇਂ ਗੁਰਸਿੱਖ ਦੀ ਕੋਈ ਵੀ ਅਰਦਾਸ ਹੋਵੇ, ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨੂੰ ਪੂਰੀਆਂ ਕਰਦੇ ਨੇ। ਬੜੇ ਪ੍ਰੇਮ ਸਹਿਤ ਆਪਣੇ ਦੋਵੇਂ ਹੱਥ ਜੋੜੇ ਔਰ ਹੱਥ ਜੋੜ ਕਰਕੇ ਸਤਿਗੁਰੂ ਜੀਆਂ ਅੱਗੇ ਬੇਨਤੀ ਕਰਦਾ ਹੈ, ਸਤਿਗੁਰੂ ਜੀ ਮੇਰੀ ਆਸ ਨੂੰ ਪੂਰੀਆਂ ਕਰੋ। ਔਰ ਸਾਧ ਸੰਗਤ ਇੱਥੇ ਇੱਕ ਗੱਲ ਯਾਦ ਰੱਖਣੀ, ਆਸ ਨੂੰ ਪੂਰੀਆਂ ਕੌਣ ਕਰ ਸਕਦਾ ਹੈ? ਜਿਹੜਾ ਆਪ ਪੂਰਾ ਹੋਵੇ, ਜਿਹੜਾ ਸਮਰੱਥ ਪੂਰਾ ਹੋਵੇ, ਕਿਉਂਕਿ ਅਧੂਰਿਆਂ ਦੇ ਕੋਲੋਂ ਆਸਾਂ ਕਦੇ ਪੂਰੀਆਂ ਨਹੀਂ ਹੁੰਦੀਆਂ। ਆਸਾਂ ਕਰਤਾ ਜਗ ਮੁਆ, ਆਸਾ ਮਰੈ ਨ ਜਾਏ। ਨਾਨਕ ਆਸਾਂ ਪੂਰੀਆਂ ਸੱਚੇ ਸਿਉ ਚਿਤ ਲਾਏ। ਜਿਹੜਾ ਸੱਚੇ ਅੱਗੇ ਆਪਣੀ ਬਿਰਥਾ ਨੂੰ ਰੱਖਦਾ ਹੈ, ਜਿਹੜਾ ਸੱਚੇ ਅੱਗੇ ਆਪਣੀ ਅਰਦਾਸ ਨੂੰ ਕਰਦਾ ਹੈ, ਜਿਹੜਾ ਸੱਚੇ ਪਾਤਸ਼ਾਹ ਦਾ ਓਟ ਆਸਰਾ ਤੱਕਦਾ ਹੈ, ਸਤਿਗੁਰੂ ਕਹਿੰਦੇ ਉਹਦੀਆਂ ਆਸਾਂ ਜਿਹੜੀਆਂ ਹਨ ਉਹ ਪੂਰੀਆਂ ਹੁੰਦੀਆਂ ਹਨ। ਕਿਉਂਕਿ ਜੇ ਮਨ ਚਿਤ ਆਸ ਰੱਖੈ ਹਰ ਉੱਪਰ, ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ। ਸਤਿਗੁਰੂ ਗਰੀਬ ਨਵਾਜ ਬਖਸ਼ਿਸ਼ ਕਰਦੇ ਨੇ, ਹੇ ਮੇਰਿਆ ਮਨਾ, ਜੇ ਅਕਾਲ ਪੁਰਖ ਵਾਹਿਗੁਰੂ ਜੀਆਂ ਅੱਗੇ ਆਪਣੀ ਆਸ ਰੱਖੇ ਨਾ, ਤੇ ਮਨ ਭਾਉਂਦੇ ਫਲ ਤੈਨੂੰ ਪ੍ਰਾਪਤ ਹੋਣਗੇ। ਤੇਰੀ ਆਸ ਪੂਰੇ ਅੱਗੇ ਹੋਵੇ। ਜੇ ਮਨ ਚਿਤ ਆਸ ਰੱਖੈ ਹਰ ਉੱਪਰ,
ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ। ਕਿਉਂ? ਕਿਉਂਕਿ ਹਰ ਸਭ ਕਿਛ ਜਾਣੈ। ਜੋ ਜੀ ਪਰਮਾਤਮਾ ਵਾਹਿਗੁਰੂ ਸਾਰਾ ਕੁਝ ਹੀ ਜਾਣਦਾ ਹੈ। ਜਿਹੜੀ ਬਿਰਥਾ ਤੇਰੇ ਹਿਰਦੇ ਅੰਦਰ ਹੈ, ਹਰ ਸਭ ਕਿਛ ਜਾਣੈ। ਜੋ ਜੀ ਵਰਤੈ ਪ੍ਰਭ ਘਾਲਿਆ ਕਿਸੇ ਕਾ, ਇੱਕ ਤਿਲ ਨਾ ਗਵਾਈ। ਤੇ ਸਤਿਗੁਰੂ ਕਹਿੰਦੇ ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ। ਜੋ ਹਰ ਬਿਨ ਆਸ ਅਵਰ ਕਾਹੂ ਕੀ ਕੀਜੈ, ਸਾ ਨਿਹਫਲ ਆਸ ਸਭ ਬਿਰਥੀ ਜਾਈ। ਸਾਡੀ ਆਸ ਕਿਹਦੇ ਅੱਗੇ ਹੋਵੇ? ਜਿਹੜਾ ਪੂਰਾ ਹੈ। ਸਾਡੀ ਆਸ ਕਿਹਦੇ ਅੱਗੇ ਹੋਵੇ? ਜਿਹੜਾ ਸਾਡੀ ਆਸ ਨੂੰ ਕਰਨ ਦੇ ਸਮਰੱਥ ਹੈ। ਸਾਡੀ ਆਸ ਐਸੇ ਸੱਚੇ ਪਿਤਾ ਅੱਗੇ ਹੋਵੇ ਤੇ ਸਾਡੀਆਂ ਆਸਾਂ ਕਦੇ ਵੀ ਅਧੂਰੀਆਂ ਨਹੀਂ ਰਹਿਣਗੀਆਂ। ਸਾਡੀਆਂ ਬੇਨਤੀਆਂ ਕਦੇ ਵੀ ਅਧੂਰੀਆਂ ਨਹੀਂ ਰਹਿਣਗੀਆਂ। ਸਾਡਾ ਭਰੋਸਾ ਪੂਰੇ ਦੇ ਅੱਗੇ ਹੈ ਤੇ ਸਾਡੀ ਅਰਦਾਸ ਜਿਹੜੀ ਹੈ, ਸਾਡੀ ਆਸ ਜਿਹੜੀ ਹੈ ਉਹ ਜ਼ਰੂਰ ਪੂਰੀ ਹੋਵੇਗੀ। ਕਿਉਂਕਿ ਅਰਦਾਸ ਕਰਨ ਦੀ ਇੱਕ ਜੁਗਤੀ ਹੈ। ਤੇ ਅਰਦਾਸ ਦੀ ਜੁਗਤੀ ਕੀ ਹੈ? ਜੇ ਤੂੰ ਅਰਦਾਸ ਪੂਰੇ ਅੱਗੇ ਕਰ ਰਿਹਾ ਹੈ ਨਾ, ਤੇ ਸਤਿਗੁਰੂ ਜੀਆਂ ਦੇ ਅੱਗੇ ਭਰੋਸਾ ਰੱਖ। ਭਰੋਸਾ ਕੀ ਰੱਖਣਾ ਹੈ? ਕਿ ਮੇਰਾ ਗੁਰੂ ਪੂਰਾ ਹੈ। ਮੈਂ ਜਿਹਦੇ ਚਰਨਾਂ ਕਮਲਾਂ ਦਾ ਧਿਆਨ ਧਰਿਆ ਹੈ, ਇਹ ਮੇਰੀ ਅਰਦਾਸ ਨੂੰ ਜ਼ਰੂਰ ਕਬੂਲੇਗਾ। ਅਰਦਾਸ ਕੀਤੀ ਹੈ, ਭਰੋਸਾ ਰੱਖ। ਜੇ ਗੁਰੂ ਕਿਆ ਪਿਆਰਿਆ ਗੁਰਸਿੱਖਾ ਤੂੰ ਭਰੋਸਾ ਵੀ ਰੱਖਿਆ ਹੈ ਨਾ, ਤੇ ਗੁਰੂ ਦੇ ਅੱਗੇ ਭਰੋਸਾ ਰੱਖ ਕਰਕੇ ਅਰਦਾਸ ਕੀਤੀ ਹੈ, ਤੇ ਫਿਰ ਆਸ ਵੀ ਰੱਖੀ ਗੁਰੂ ਤੈਨੂੰ ਫਲ ਵੀ ਜ਼ਰੂਰ ਦੇਵੇਗਾ। ਇਹ ਗਰੀਬ ਨਵਾਜ ਸੱਚੇ ਪਾਤਸ਼ਾਹ ਜੀਆਂ ਦੇ ਅੱਗੇ ਪ੍ਰੇਮ ਚੰਦ ਖੱਤਰੀ ਪ੍ਰੇਮ ਦੇ ਨਾਲ ਭਰੋਸਾ ਰੱਖ ਕਰਕੇ ਅਰਦਾਸ ਕਰ ਰਿਹਾ। ਸਤਿਗੁਰੂ ਮੇਰੀ ਇਹ ਨਿਮਾਣੇ ਦੀ ਅਰਦਾਸ ਹੈ, ਇਹਨੂੰ ਆਪ ਜੀ ਕਬੂਲਣਾ ਕਰੋ। ਸ਼੍ਰੀ ਕਰਤਾਰਪੁਰੇ ਕੋ ਵਾਸੀ, ਸਤਿਗੁਰੂ ਜੀ ਮੈਂ ਕਰਤਾਰਪੁਰ ਦਾ ਵਾਸੀ ਹਾਂ। ਜਾਤ ਸਿੱਲੀ ਜਗ ਬਿਖੈ ਪ੍ਰਕਾਸ਼ੀ, ਔਰ ਮੇਰੀ ਜਾਤ ਜਿਹੜੀ ਹੈ ਉਹ ਸਿੱਲੀ ਹੈ, ਜਿਹੜੀ ਸਾਰੇ ਸੰਸਾਰ ਦੇ ਅੰਦਰ ਪ੍ਰਗਟ ਹੋਈ ਹੈ। ਨਵ ਬਰਖਨ ਕੀ ਕੰਨਿਆ ਮੇਰੀ, ਔਰ ਬੜੇ ਪ੍ਰੇਮ ਦੇ ਨਾਲ ਸਤਿਗੁਰੂ ਜੀਆਂ ਨੂੰ ਦੱਸਦਾ ਹੈ ਕਿ 9 ਸਾਲਾਂ ਦੀ ਮੇਰੀ ਕੰਨਿਆ ਮੇਰੀ ਪੁੱਤਰੀ ਹੈ। ਚਾਹੋਂ ਕਰਨ ਸੂਰਜ ਮਲ ਚੇਰੀ, ਔਰ ਸਤਿਗੁਰੂ ਜੀ ਮੇਰੇ ਗਰੀਬ ਦੀ ਇਹ ਅਰਦਾਸ ਹੈ ਕਿ ਮੈਂ ਆਪ ਜੀਆਂ ਦੇ ਸੁਪੁੱਤਰ ਬਾਬਾ ਸੂਰਜ ਮਲ ਜੀ ਤਿੰਨਾਂ ਦੀ ਚੇਰੀ ਦਾਸੀ ਬਣਾਉਣੀ ਚਾਹੁੰਦਾ ਹਾਂ ਆਪਣੀ ਕੰਨਿਆ ਨੂੰ। ਇਹੀ ਕਾਮਨਾ ਪੂਰਨ ਕਰੀਐ। ਸਤਿਗੁਰੂ ਜੀ ਮੇਰੀ ਇਹ ਕਾਮਨਾ ਜਿਹੜੀ ਹੈ ਇਹਨੂੰ ਆਪ ਜੀ ਪੂਰਾ ਕਰੋ। ਦਾਸਨ ਦਾਸਨ ਦਾਸ ਵਿਚਾਰੀਐ, ਸਤਿਗੁਰੂ ਜੀ ਮੈਂ ਆਪ ਜੀਆਂ ਦੇ ਦਾਸਾਂ ਦਾ ਦਾਸ, ਤਿੰਨਾਂ ਦਾ ਹਾਂ। ਆਪ ਜੀ ਕਿਰਪਾ ਰਹਿਮਤ ਕਰਕੇ ਬਖਸ਼ਿਸ਼ਾਂ ਮੇਰੀ ਝੋਲੀ ਦੇ ਵਿੱਚ ਪਾਵੋ। ਸਤਿਗੁਰ ਕੋ ਰੁਖ ਵਿਧੀਏ ਪਾਇਓ, ਔਰ ਸਤਿਗੁਰੂ ਜੀਆਂ ਦੇ ਚਰਨਾਂ ਕਮਲਾਂ ਦੇ ਕੋਲ ਬੈਠੇ ਭਾਈ ਵਿਧੀ ਚੰਦ ਜੀ, ਤਿੰਨਾਂ ਨੇ ਸਤਿਗੁਰੂ ਜੀਆਂ ਦਾ ਜਦੋਂ ਰੁਖ ਸਮਝਿਆ ਨਾ, ਤੇ ਬੜੇ ਪ੍ਰੇਮ ਦੇ ਨਾਲ ਕੋਲ ਬੈਠੇ ਸਤਿਗੁਰੂ ਜੀਆਂ ਦੇ ਰੁਖ ਨੂੰ ਸਮਝਦਿਆਂ ਹੋਇਆਂ ਦੇ ਧੀਰਜ ਤੇ ਨਿਕਟ ਬਿਠਾਇਓ, ਔਰ ਪ੍ਰੇਮ ਚੰਦ ਨੂੰ ਬੜੇ ਪ੍ਰੇਮ ਦੇ ਨਾਲ ਧੀਰਜ ਦਿੰਦਿਆਂ ਹੋਇਆਂ ਆਪਣੇ ਕੋਲ ਨਿਕਟ ਬਿਠਾ ਜਿਮ ਨਿਕਟ ਬਿਠਾਇਓ, ਔਰ ਪ੍ਰੇਮ ਚੰਦ ਨੂੰ ਬੜੇ ਪ੍ਰੇਮ ਦੇ ਨਾਲ ਧੀਰਜ ਦਿੰਦਿਆਂ ਹੋਇਆਂ ਆਪਣੇ ਕੋਲ ਨਿਕਟ ਬਿਠਾ ਲਿਆ ਹੈ। ਜਿਮ ਚਾਹ ਕਰਬੋ ਤੇ ਮਠਾਨ, ਔਰ ਇਹ ਬਚਨ ਕਰ ਰਹੇ ਨੇ ਕਿ ਜਿਵੇਂ ਸਤਿਗੁਰੂ ਜੀ ਚਾਹੁੰਦੇ ਨਿਕਟ ਬਿਠਾਇਓ, ਔਰ ਪ੍ਰੇਮ ਚੰਦ ਨੂੰ ਬੜੇ ਪ੍ਰੇਮ ਦੇ ਨਾਲ ਧੀਰਜ ਦਿੰਦਿਆਂ ਹੋਇਆਂ ਆਪਣੇ ਕੋਲ ਨਿਕਟ ਬਿਠਾ ਲਿਆ ਹੈ। ਜਿਮ ਚਾਹੈ ਕਰਬੋ ਤੇ ਮਠਾਨ, ਔਰ ਇਹ ਬਚਨ ਕਰ ਰਹੇ ਨੇ ਕਹਿੰਦੇ ਜਿਵੇਂ ਸਤਿਗੁਰੂ ਜੀ ਚਾਹੁੰਦੇ ਹਨ, ਜਿਵੇਂ ਆਪ ਜੀ ਚਾਹੁੰਦੇ ਹੋ ਉਵੇਂ ਹੀ ਸਤਿਗੁਰੂ ਜੀ ਕਰਨਗੇ। ਗੁਰ ਘਰ ਆਹੈ ਨਿਮਾਨਨ ਮਾਨ, ਕਿਉਂਕਿ ਗੁਰੂ ਘਰ ਦੇ ਅੰਦਰ ਨਿਮਾਣਿਆਂ ਨੂੰ ਮਾਣ ਮਿਲਦਾ ਹੈ। ਜਿਹੜਾ ਨਿਮਾਣਾ ਹੋ ਕਰਕੇ ਆਵੇ ਉਹਨੂੰ ਗੁਰੂ ਕੇ ਦਰ ਦੇ ਉੱਪਰੋਂ ਮਾਣ ਮਿਲਦਾ ਹੈ।
ਪ੍ਰੇਮ ਦੇ ਨਾਲ ਅਰਦਾਸ ਕਰੇ, ਉਹਦੀ ਅਰਦਾਸ ਨੂੰ ਕਬੂਲਿਆ ਜਾਂਦਾ ਹੈ। ਜਿਹੜਾ ਆਪਣੀ ਝੋਲੀ ਖਾਲੀ ਲੈ ਕਰਕੇ ਆਵੇ, ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਦੇ ਨੇ, ਤਿਨਾਂ ਦੀਆਂ ਝੋਲੀਆਂ ਨੂੰ ਭਰ ਦਿੰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਸੁੱਕਿਆਂ ਨੂੰ ਹਰਿਆ ਕਰਨ ਵਾਲੇ ਨੇ, ਕਿਉਂਕਿ ਇਹਨਾਂ ਦੇ ਘਰਾਂ ਦੇ ਅੰਦਰ ਨਿਮਾਣਿਆਂ ਨੂੰ ਮਾਣ, ਨਿਤਾਣਿਆਂ ਨੂੰ ਤਾਣ ਮਿਲਦਾ ਹੈ। ਜਿਹਦੇ ਕੋਲ ਕੋਈ ਥਾਂ ਨਹੀਂ, ਗੁਰੂ ਉਹਨੂੰ ਥਾਂ ਵਾਲਾ ਕਰ ਦਿੰਦਾ ਹੈ। ਗੁਰੂ ਕਿੱਡੀ ਵੱਡੀ ਸਮਰੱਥ ਸ਼ਕਤੀ ਹੈ। ਤ੍ਰਿਣੰ ਤਾਂ ਮੇਰੰ, ਸੈਕੰ ਤਾਂ ਹਰੀਅੰ, ਬੂੜੰ ਤਾਂ ਤਰੀਅੰ, ਊਣੰ ਤਾਂ ਭਰੀਅੰ। ਗੁਰੂ ਡੁੱਬਦਿਆਂ ਹੋਇਆਂ ਨੂੰ ਤਾਰ ਦਿੰਦਾ ਹੈ ਸਾਧ ਸੰਗਤ। ਗੁਰੂ ਸਖਣਿਆਂ ਨੂੰ ਭਰ ਦਿੰਦਾ ਹੈ, ਸੁੱਕਿਆਂ ਨੂੰ ਹਰਿਆ ਕਰ ਦਿੰਦਾ ਹੈ। ਜਦੋਂ ਇਹ ਅਰਦਾਸ ਕੀਤੀ, ਬੜੇ ਪ੍ਰੇਮ ਦੇ ਨਾਲ ਭਾਈ ਬਿਧੀ ਚੰਦ ਜੀਆਂ ਨੇ ਬਚਨ ਕੀਤੇ ਕਿ ਗੁਰੂ ਘਰ ਦੇ ਅੰਦਰ ਤੇ ਨਿਮਾਣਿਆਂ ਨੂੰ ਵੀ ਮਾਣ ਮਿਲਦਾ ਹੈ। ਦਰਬ ਆਦ ਇਹ ਪਿਖੈ ਨ ਕੋਈ, ਕਿਉਂਕਿ ਇਸ ਘਰ ਦੇ ਅੰਦਰ ਧਨ ਦੀ ਕੋਈ ਵੀ ਕੀਮਤ ਮਾਇਨੇ ਨਹੀਂ ਰੱਖਦੀ। ਕਿਉਂਕਿ ਸਾਧ ਸੰਗਤ ਜੀ, ਆਪਾਂ ਕਹੀਏ ਕਿ ਸਤਿਗੁਰੂ ਜੀਆਂ ਨੂੰ ਪੈਸੇ ਦੇ ਨਾਲ, ਮਾਇਆ ਦੇ ਨਾਲ ਖਰੀਦਿਆ ਜਾਵੇ, ਸਤਿਗੁਰੂ ਜੀਆਂ ਨੂੰ ਪਦਾਰਥ ਦੇ ਕਰਕੇ ਖਰੀਦਿਆ ਜਾਵੇ। ਅਨੇਕਾਂ ਧਨਵਾਨ ਪੁਰਸ਼ ਜਿਹੜੇ ਹਨ, ਉਹ ਤੇ ਫਿਰ ਸਤਿਗੁਰੂ ਜੀਆਂ ਨੂੰ ਮੁੱਲ ਖਰੀਦ ਲੈਣ ਜੀ। ਪਰ ਨਹੀਂ, ਕਵੀ ਜੀ ਕਹਿੰਦੇ ਕਿ ਭਾਈ ਬਿਧੀ ਚੰਦ ਜੀ ਬਚਨ ਕਰ ਰਹੇ ਨੇ ਕਿ ਇੱਥੇ ਧਨ ਮਾਇਨੇ ਨਹੀਂ ਰੱਖਦਾ। ਫਿਰ ਕੀ ਮਾਇਨੇ ਰੱਖਦਾ ਹੈ ਜੀ? ਚਾਹੇ ਸੋ ਕਰੇ ਪ੍ਰੇਮ ਜੁਤ ਹੋਈ। ਸਤਿਗੁਰੂ ਜੀ ਜੋ ਵੀ ਪ੍ਰੇਮ ਦੇ ਨਾਲ ਕਰਦੇ ਨੇ ਨਾ, ਜਾਂ ਆਪਾਂ ਸੌਖਾ ਕਹਿ ਲਈਏ ਕਿ ਜਿਹੜਾ ਵੀ ਪ੍ਰੇਮ ਧਾਰਨ ਕਰਕੇ ਆਉਂਦਾ ਹੈ, ਪ੍ਰੇਮ ਦੇ ਵਜੋਂ ਆਉਂਦਾ ਹੈ, ਸਤਿਗੁਰੂ ਜੀ ਫਿਰ ਪ੍ਰੇਮਾਂ ਦੇ ਨਾਲ ਪ੍ਰੇਮ ਦੀ ਗੰਢ ਮਾਰ ਕਰਕੇ ਜਿਹੜਾ ਭਗਤ ਆਉਂਦਾ ਹੈ, ਉਹਦੀਆਂ ਆਸ਼ਾਵਾਂ ਪੂਰੀਆਂ ਕਰਦੇ ਨੇ। ਮਹਾਰਾਜ ਕਹਿੰਦੇ ਨੇ ਨਾ, ਕਹਿੰਦੇ ਕੰਚਨ ਸਿਉ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਤੇ ਮਨ ਕਿਹਨਾਂ ਨੇ ਦਿੱਤਾ ਹੈ? ਜਿਨ੍ਹਾਂ ਨੇ ਸਤਿਗੁਰੂ ਜੀਆਂ ਦੇ ਨਾਲ ਪ੍ਰੇਮ ਕੀਤਾ ਹੈ। ਇੱਥੇ ਧਨ ਦੀ ਖੇਡ ਨਹੀਂ, ਇੱਥੇ ਮਾਇਆ ਦੀ ਖੇਡ ਨਹੀਂ, ਇੱਥੇ ਪਦਾਰਥਾਂ ਦੀ ਖੇਡ ਨਹੀਂ, ਇੱਥੇ ਖੇਡ ਹੈ ਤੇ ਕੇਵਲ ਇੱਕ ਦੀ, ਉਹ ਹੈ ਪ੍ਰੇਮ। ਸਤਿਗੁਰੂ ਜੀ ਪਦਾਰਥਾਂ ਦੇ ਭੁੱਖੇ ਨਹੀਂ, ਮਾਇਆ ਦੇ ਭੁੱਖੇ ਨਹੀਂ, ਪਰ ਇੱਕ ਚੀਜ਼ ਦੀ ਭੁੱਖ ਹੈ, ਉਹ ਹੈ ਪ੍ਰੇਮ। ਗੁਰੂ ਕਾ ਸਿੱਖ ਪ੍ਰੇਮ ਵਾਲਾ ਹੋਵੇ। ਆਪ ਜੀ ਹਰ ਰੋਜ਼ ਪੜ੍ਹਦੇ ਹੋ ਨਾ, ਸਾਚ ਕਹੋ ਸੁਨ ਲੇਹੋ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਭਾਈ ਪ੍ਰੇਮ ਕੀਤਾ ਹੈ, ਉਹਨਾਂ ਨੇ ਪਰਮਾਤਮਾ ਨੂੰ ਪਾ ਲਿਆ ਹੈ। ਕਿਉਂਕਿ ਵੇਦ ਪੁਰਾਨ ਕਤੇਬ ਕੁਰਾਨ, ਹਾਸੇਬ ਥਕੇ ਕਰ ਹਾਥ ਨਾ ਆਏ, ਪੂਰਨ ਪ੍ਰੇਮ ਪ੍ਰਭਾਵੋ ਬਿਨਾ ਪਤ ਸਿਉ ਕਿਨ ਸ੍ਰੀ ਪਦਮਾਵਤ ਪਾਏ। ਕਹਿੰਦੇ ਦੱਸੋ ਭਾਈ, ਦੁਨੀਆ ਦੇ ਅੰਦਰ ਕੋਈ ਐਸਾ ਹੈ ਜਿਹਨੇ ਪ੍ਰੇਮ ਤੋਂ ਬਗੈਰ ਪਰਮਾਤਮਾ ਨੂੰ ਪਾਉਣਾ ਕੀਤਾ ਹੋਵੇ? ਪ੍ਰੇਮ ਦੇ ਨਾਲ ਹੀ ਪਰਮਾਤਮਾ ਹੈ। ਪ੍ਰੇਮ ਪ੍ਰਾਇਣ ਪ੍ਰੀਤਮ ਰਾਓ, ਨਦਰ ਕਰੇ ਤਾਂ ਬੂਝੈ ਨਾਓ। ਪ੍ਰੇਮ ਦੇ ਅਧੀਨ ਹੈ ਪਰਮਾਤਮਾ। ਇਸੇ ਕਰਕੇ ਗੁਰੂ ਕੇ ਸਿੱਖ ਜਿਹੜੇ ਹਨ, ਗੁਰੂ ਕੇ ਪਿਆਰੇ ਭਗਤ ਜਿਹੜੇ ਹਨ, ਕੇਵਲ ਪ੍ਰੇਮ ਦੀ ਡੋਰੀ ਪਾ ਕਰਕੇ ਸਤਿਗੁਰੂ ਜੀਆਂ ਦੀ ਪ੍ਰਸੰਨਤਾ ਤੇ ਸਤਿਗੁਰੂ ਜੀਆਂ ਦੀ ਖੁਸ਼ੀ ਪ੍ਰਾਪਤ ਕਰਦੇ ਹਨ। ਪ੍ਰੇਮ ਚੰਦ ਸੁਨ ਧੀਰਜ ਪਾਇਓ। ਤੇ ਜਦੋਂ ਪ੍ਰੇਮ ਚੰਦ ਜੀਆਂ ਨੇ ਇਹ ਸਰਵਣ ਕੀਤਾ ਨਾ, ਤੇ ਬੜਾ ਧੀਰਜ ਜਿਹੜਾ ਪਾ ਲਿਆ। ਹੁਣ ਧੀਰਜ ਹੋਇਆ ਹੈ ਕਿ ਮੇਰੀ ਅਰਦਾਸ ਜ਼ਰੂਰ ਕਬੂਲ ਹੋਵੇਗੀ। ਬੋਲ ਗਣਕ ਕੋ ਸਮੋ ਸੁਧਾਇਓ। ਔਰ ਸਾਧ ਸੰਗਤ ਜੀ, ਫਿਰ ਪ੍ਰੇਮ ਦੇ ਨਾਲ ਸਮਾਂ ਜਿਹੜਾ ਹੈ ਉਹਨੂੰ ਮਿਥਿਆ ਗਿਆ। ਜੇਤਕ ਰੀਤ ਸੁਧਾਰਨ ਕਰੀ। ਜੋਤਿਕ ਰੀਤ ਸੁਧਾਰਨ ਕਰੀ। ਤੇ ਬੜੇ ਪ੍ਰੇਮ ਦੇ ਨਾਲ ਰੀਤ ਜਿਹੜੀ, ਰੀਤੀ ਜਿਹੜੀ ਹੈ, ਸਮਾਂ ਤੈਅ ਕਰਕੇ ਰੀਤ ਨੂੰ ਸੁਧਾਰ ਕਰਕੇ ਚੌਂਕੀ ਪਰ ਬਿਠਾਏ ਸ਼ੁਭ ਘਰੀ। ਔਰ ਬੜੇ ਪ੍ਰੇਮ ਦੇ ਨਾਲ ਬਾਬਾ ਸੂਰਜਮਲ ਜੀ ਨੂੰ ਚੌਂਕੀ ਦੇ ਉੱਪਰ ਬਿਠਾ ਦਿੱਤਾ ਹੈ। ਲਗ ਦੀਰਘ ਦੁੰਦਬ ਬਜਵਾਏ। ਔਰ ਸਾਧ ਸੰਗਤ ਜੀ, ਬੜੇ ਪ੍ਰੇਮ ਦੇ ਨਾਲ ਛੋਟੇ ਵੱਡੇ ਨਗਾਰੇ ਜਿਹੜੇ ਹਨ ਉਹ ਵਜਾਏ ਗਏ ਹਨ। ਸੰਗ ਨਫੀਰਨ ਰਾਗ ਮਿਲਾਏ। ਔਰ ਪ੍ਰੇਮਾ ਭਾਵਨੀਆਂ ਦੇ ਨਾਲ ਸਾਧ ਸੰਗਤ ਜੀ, ਨਫੀਰੀਆਂ ਦੇ ਨਾਲ ਫਿਰ ਰਾਗ ਜਿਹੜੇ ਹਨ
ਉਹਨਾਂ ਨੂੰ ਮਿਲਾਇਆ ਗਿਆ ਹੈ। ਨਗਾਰੇ ਵੱਜੇ, ਨਫੀਰਿਆਂ ਦੇ ਨਾਲ ਰਾਗ ਨੂੰ ਮਿਲਾਇਆ ਜਾ ਰਿਹਾ ਹੈ। ਗੁਰ ਕੇ ਮਹਿਲ ਨਾਰ ਗਨ ਆਈ, ਔਰ ਬੜੇ ਪ੍ਰੇਮਾ ਭਾਵਨੀਆਂ ਦੇ ਨਾਲ ਗੁਰੂ ਕੇ ਮਹਿਲਾਂ ਨੂੰ ਬੜੀਆਂ ਇਸਤਰੀਆਂ ਜਿਹੜੀਆਂ ਹਨ ਉਹ ਇਕੱਠੀਆਂ ਹੋ ਕਰਕੇ ਆ ਰਹੀਆਂ ਹਨ। ਗੁਰ ਤ੍ਰੇ ਤਰੈ ਕੋ ਦੇਤ ਵਧਾਈ, ਔਰ ਸਤਿਗੁਰੂ ਜੀਆਂ ਦੇ 3 ਮਹਿਲ ਬੜੇ ਪ੍ਰੇਮ ਭਾਵਨੀ ਵਾਲੇ, ਜਿਨ੍ਹਾਂ ਨੂੰ ਆਪਾਂ ਸਤਿਕਾਰ ਵਜੋਂ ਮਾਤਾ ਨਾਨਕੀ ਜੀ, ਮਾਤਾ ਦਮੋਦਰੀ ਜੀ, ਔਰ ਤੀਜੇ ਮਹਿਲ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਮਾਤਾ ਮਰਵਾਹੀ ਜੀ। ਸਾਧ ਸੰਗਤ ਜੀ, ਇਹ ਸਾਨੂੰ ਤਿੰਨੋਂ ਹੀ ਨਾਮ ਯਾਦ ਹੋਣੇ ਚਾਹੀਦੇ ਨੇ, ਕਿਉਂਕਿ ਗੁਰੂ ਕਾ ਸਿੱਖ ਗੁਰੂ ਕੇ ਗੁਰਪੁਰਬ ਮਨਾਉਂਦਾ ਹੈ, ਸ਼ਹੀਦੀ ਦਿਹਾੜੇ ਮਨਾਉਂਦਾ ਹੈ, ਸਿੱਖਾਂ ਦੀਆਂ ਆਪਾਂ ਕਹਿ ਲਈਏ ਯਾਦਾਵਾਂ ਮਨਾਉਂਦਾ ਹੈ। ਔਰ ਜੇਕਰ ਸਾਨੂੰ ਸਿੱਖਾਂ ਦੇ, ਗੁਰੂਆਂ ਦੇ, ਸਤਿਗੁਰੂ ਜੀਆਂ ਦੇ ਮਹਿਲਾਂ ਦੇ ਸਪੁੱਤਰਾਂ ਦੇ ਨਾਮ ਹੀ ਨਾ ਯਾਦ ਹੋਣ, ਫਿਰ ਮਾੜੀ ਗੱਲ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ 3 ਮਹਿਲ, ਮਾਤਾ ਮਰਵਾਹੀ ਜੀ, ਮਾਤਾ ਨਾਨਕੀ ਜੀ, ਮਾਤਾ ਦਮੋਦਰੀ ਜੀ, ਇਹਨਾਂ ਤਿੰਨਾਂ ਮਹਿਲਾਂ ਨੂੰ ਇਸਤਰੀਆਂ ਆ ਕਰਕੇ ਬੜੇ ਪ੍ਰੇਮ ਦੇ ਨਾਲ ਵਧਾਈ ਦੇ ਰਹੀਆਂ ਹਨ। ਭਰਿਓ ਸਦਨ ਢੋਲਕ ਬਜਵਾਏ, ਔਰ ਸਾਧ ਸੰਗਤ ਜੀ, ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਵਿਹੜਾ ਜਿਹੜਾ ਹੈ, ਦਰਬਾਰ ਜਿਹੜਾ ਹੈ, ਇਹ ਭਰਿਆ ਹੋਇਆ ਹੈ। ਔਰ ਇੱਥੇ ਢੋਲਕ ਵਜਵਾਏ, ਢੋਲ ਜਿਹੜੇ ਹਨ ਉਹ ਵੱਜ ਰਹੇ ਹਨ। ਪਿਕ ਬੈਨੀ ਮਿਲ ਗੀਤਨ ਗਾਏ, ਔਰ ਇਸਤਰੀਆਂ ਜਿਹੜੀਆਂ ਹਨ ਪ੍ਰੇਮ ਦੇ ਨਾਲ ਬੈਠ ਕਰਕੇ ਗੀਤ ਗਾ ਰਹੀਆਂ ਹਨ, ਮੰਗਲ ਗਾ ਰਹੀਆਂ ਹਨ। ਕਿਉਂ? ਕਿਉਂਕਿ ਸਤਿਗੁਰੂ ਜੀਆਂ ਦੇ ਸਪੁੱਤਰ ਬਾਬਾ ਸੂਰਜਮਲ ਜੀਆਂ ਦੀ ਸਗਾਈ ਪ੍ਰੇਮ ਚੰਦ ਜੀਆਂ ਦੀ ਸਪੁੱਤਰੀ ਦੇ ਨਾਲ ਹੋਣ ਲੱਗੀ ਹੈ। ਮੰਗਲ ਮਹਾ ਕਰਿਓ ਤੇ ਸਮੈ, ਔਰ ਉਸ ਸਮੇਂ ਸਾਧ ਸੰਗਤ ਜੀ ਫਿਰ ਅਨੇਕਾਂ ਹੀ ਮੰਗਲ ਕੀਤੇ ਗਏ, ਅਨੇਕਾਂ ਹੀ ਗੀਤ ਗਾਏ ਗਏ ਹਨ। ਬੈਠੇ ਸਤਿਗੁਰ ਜਗ ਪਗ ਨਮੈ, ਔਰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਸੁਭਾਏਮਾਨ ਨੇ ਔਰ ਸਿੱਖ ਮੰਗਲ ਕਰ ਰਹੇ ਨੇ, ਇਸਤਰੀਆਂ ਗੀਤ ਗਾ ਰਹੀਆਂ ਨੇ, ਤੇ ਪ੍ਰੇਮ ਵਾਲੇ ਗੁਰਸਿੱਖ ਫਿਰ ਆਉਣ ਤੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੂੰ ਨਮਸਕਾਰ ਕਰਦੇ ਹਨ। ਪ੍ਰੇਮ ਚੰਦ ਲਖ ਭਾਗ ਭਲੇਰੇ, ਔਰ ਪ੍ਰੇਮ ਚੰਦ ਜਿਹੜਾ ਹੈ ਉਹ ਆਪਣੇ ਵੱਡੇ ਭਾਗਾਂ ਨੂੰ ਜਾਣਦਿਆਂ ਹੋਇਆਂ, ਆਪਣੇ ਵੱਡੇ ਭਾਗ, ਉਚਿਤ ਭਾਗ ਸਮਝਦਿਆਂ ਹੋਇਆਂ ਭਇਓ ਬਿਲੰਦ ਆਨੰਦ ਤਿਸ ਬੇਰੇ, ਔਰ ਉਸ ਵੇਲੇ ਬੜੇ ਆਨੰਦ ਦੇ ਵਿੱਚ ਆਇਆ ਹੈ। ਆਏ ਗੁਰੂ ਕੋ ਬੰਦਨ ਕੀਨ, ਔਰ ਇਹ ਫਿਰ ਉੱਠ ਕਰਕੇ ਆਣ ਕਰਕੇ ਭਾਈ ਪ੍ਰੇਮ ਚੰਦ ਜੀ ਬੜੇ ਪ੍ਰੇਮ ਸਹਿਤ ਹੋ ਕਰਕੇ ਸਤਿਗੁਰੂ ਜੀਆਂ ਦੇ ਗੁਰੂ ਕੋ ਬੰਦਨ ਕੀਨ, ਔਰ ਇਹ ਫਿਰ ਉੱਠ ਕਰਕੇ ਆਣ ਕਰਕੇ ਭਾਈ ਪ੍ਰੇਮ ਚੰਦ ਜੀ ਬੜੇ ਪ੍ਰੇਮ ਸਹਿਤ ਹੋ ਕਰਕੇ ਸਤਿਗੁਰੂ ਜੀਆਂ ਦੇ ਸਨਮੁਖ ਹੋ ਕਰਕੇ ਸਤਿਗੁਰੂ ਜੀਆਂ ਨੂੰ ਬੰਦਨ ਕਰਦਾ ਹੈ, ਨਮਸਕਾਰ ਕਰਦਾ ਹੈ। ਨਿਕਟ ਬਿਠਾਇਓ ਆਦਰ ਦੀਨ, ਔਰ ਜਦੋਂ ਸਤਿਗੁਰੂ ਜੀਆਂ ਨੂੰ ਨਮਸਕਾਰ ਕੀਤੀ, ਗਰੀਬ ਨਵਾਜ ਮੇਰੀ ਪੀਰੀ ਦੇ ਮਾਲਕ ਸੋਢੀ ਸੁਲਤਾਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪ੍ਰੇਮਾ ਭਾਵਨੀ ਦੇ ਨਾਲ ਇਹਨੂੰ ਆਪਣੇ ਕੋਲ ਬਿਠਾਉਂਦੇ ਹਨ। ਆਗਿਆ ਪਾਏ ਉਠਿਓ ਹਰ ਖਾਇਓ, ਔਰ ਫਿਰ ਇਸ ਆਗਿਆ ਪਾ ਕਰਕੇ ਸਤਿਗੁਰੂ ਜੀਆਂ ਦੇ ਜਸ ਨੂੰ ਸਰਵਣ ਕਰਕੇ ਉੱਠ ਕਰਕੇ ਖੜਾ ਹੋਇਆ ਹੈ। ਪ੍ਰੇਮ ਚੰਦ ਗੁਰ ਪ੍ਰਥਮ ਮਨਾਇਓ, ਔਰ ਪਹਿਲਾਂ ਪ੍ਰੇਮ ਚੰਦ ਖੱਤਰੀ ਨੇ ਸਤਿਗੁਰੂ ਜੀਆਂ ਨੂੰ ਨਮਸਕਾਰ ਕੀਤੀ, ਸਤਿਗੁਰੂ ਜੀਆਂ ਨੂੰ ਮਨਾ ਕਰਕੇ ਸਤਿਗੁਰੂ ਜੀਆਂ ਦੇ ਚਰਨਾਂ ਦਾ ਧਿਆਨ ਧਰ ਕੇ ਸੂਰਜ ਮਲ ਮੁਖ ਖਾਰਕ ਦੀਨੋ, ਔਰ ਸਾਧ ਸੰਗਤ ਜੀ ਫਿਰ ਬਾਬਾ ਜੀਆਂ ਦੇ ਸਪੁੱਤਰ ਬਾਬਾ ਸੂਰਜਮਲ ਜੀ
ਤਿੰਨਾਂ ਦੇ ਮੁਖ ਦੇ ਵਿੱਚ ਸ਼ਵਾਰਾ ਪਾਇਆ ਗਿਆ ਹੈ। ਕੁੰਕਮ ਤਿਲਕ ਭਾਲ ਮੈਂ ਕੀਨੋ। ਔਰ ਸਾਧ ਸੰਗਤ ਜੀ ਕੇਸਰ ਦਾ ਟਿੱਕਾ ਜਿਹੜਾ ਹੈ ਮਸਤਕ ਦੇ ਉੱਪਰ ਲਾਇਆ ਗਿਆ। ਮੰਗਲ ਭਇਓ ਅਨੇਕ ਪ੍ਰਕਾਰੇ। ਤੇ ਅਨੇਕਾਂ ਹੀ ਪ੍ਰਕਾਰ ਦੇ ਮੰਗਲ ਜਿਹੜੇ ਹਨ ਉਹ ਹੋ ਰਹੇ ਹਨ। ਮੋਦਕ ਮੋਦਤ ਲੈ ਤਿਸ ਬਾਰੇ। ਔਰ ਸਾਧ ਸੰਗਤ ਜੀ ਸੰਗਤਾਂ ਦੇ ਅੰਦਰ ਉੱਥੇ ਮਠਿਆਈਆਂ ਵੰਡੀਆਂ ਗਈਆਂ, ਲੱਡੂ ਵੰਡੇ ਗਏ ਹਨ। ਸਬਨ ਬਿਖੈ ਬਹੁਤੇ ਵਰਤਾਏ। ਔਰ ਸਾਰੀਆਂ ਸਿੱਖ ਸੰਗਤਾਂ ਦੇ ਵਿੱਚ ਵਰਤਾਏ ਗਏ। ਪਿਕ ਉਤਸਵ ਕੋ ਔਰ ਹਰ ਖਾਏ। ਸਾਰੇ ਹੀ ਇਸ ਉਤਸਵ ਨੂੰ ਵੇਖ ਕਰਕੇ ਬੜਾ ਹਰਖ ਦੇ ਵਿੱਚ ਆਏ ਹਨ, ਖੁਸ਼ੀ ਦੇ ਵਿੱਚ ਆਏ ਹਨ। ਜਾਚਕ ਗਨ ਕੋ ਧਨ ਬਹੁ ਦੀਨਾ। ਔਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਦਰ ਦੇ ਉੱਪਰ ਜਿਹੜਾ ਵੀ ਇਸ ਵੇਲੇ ਮੰਗਤਾ ਆਵੇ, ਵੈਸੇ ਤਾਂ ਇਹ ਸਮਾਂ ਹੀ ਖੁਸ਼ੀਆਂ ਵਾਲਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਦਰ ਦੇ ਉੱਪਰ ਜਦੋਂ ਮਰਜ਼ੀ ਆ ਜਾਈਏ, ਭਾਵੇਂ ਹੁਣ ਹੀ ਆ ਜਾਈਏ, ਸਤਿਗੁਰੂ ਜੀ ਸਾਡੇ ਮੰਗਤਿਆਂ ਦੀਆਂ ਝੋਲੀਆਂ ਭਰ ਦਿੰਦੇ ਨੇ ਤੇ ਮਹਾਰਾਜ ਝੋਲੀਆਂ ਭਰ ਕਰਕੇ ਖੁਸ਼ੀ ਦੇ ਨਾਲ ਵਿਦਾ ਕਰਦੇ ਨੇ। ਕਵੀ ਜੀ ਕਹਿੰਦੇ ਫਿਰ ਜਿਹੜੇ ਵੀ ਮੰਗਤੇ ਉਸ ਸਮੇਂ ਆਏ, ਸਤਿਗੁਰੂ ਜੀਆਂ ਨੇ ਮੰਗਤਿਆਂ ਦੀਆਂ ਝੋਲੀਆਂ ਭਰ ਦਿੱਤੀਆਂ। ਜਿਹੜੀ ਜਿਹੜੀ ਵੀ ਕਿਸੇ ਮੰਗਤੇ ਮੰਗਣ ਵਾਲੀ ਦੀ ਮੰਗ ਸੀ ਉਸ ਨੂੰ ਪੂਰਾ ਕਰ ਦਿੱਤਾ ਹੈ। ਲੈ ਲੈ ਸਬਨ ਸੁਜਸ ਕੋ ਕੀਨ। ਤੇ ਜਿਹੜੇ ਵੀ ਮੰਗਤੇ ਫਿਰ ਆਪਣੀਆਂ ਝੋਲੀਆਂ ਭਰ ਲੈਂਦੇ, ਸਤਿਗੁਰੂ ਜੀਆਂ ਦੇ ਦਰੋਂ ਘਰੋਂ ਵਸਤੂਆਂ ਪਦਾਰਥ ਧਨ ਪ੍ਰਾਪਤ ਕਰਦੇ, ਉਹ ਫਿਰ ਸਤਿਗੁਰੂ ਜੀਆਂ ਦਾ ਜਸ ਉਜਾਰਦੇ, ਸਤਿਗੁਰੂ ਜੀਆਂ ਦੇ ਗੁਣਾਂ ਨੂੰ ਗਾਉਂਦੇ ਹਨ। ਪ੍ਰੇਮ ਚੰਦ ਸਗਰੀ ਬਿਦ ਕਰਕੇ। ਪ੍ਰੇਮ ਚਿੰਦ ਜਿਹੜਾ ਹੈ ਸਾਰੀ ਫਿਰ ਵਿਧੀ ਨੂੰ ਕਰਕੇ, ਗਮਨਿਓ ਸਦਨ ਆਨੰਦ ਕੋ ਧਰ ਕੇ। ਸਾਰੀ ਰੀਤ ਨੂੰ ਕਰਕੇ ਫਿਰ ਵਾਪਸ ਆਪਣੇ ਘਰ ਦੇ ਅੰਦਰ ਚੱਲਿਆ ਹੈ। ਜਾਏ ਤਹਾਂ ਉਤਸਵ ਕੋ ਕੀਨਾ। ਤੇ ਆਪਣੇ ਘਰ ਦੇ ਅੰਦਰ ਜਾ ਕਰਕੇ ਭਾਈ ਪ੍ਰੇਮ ਚੰਦ ਨੇ ਫਿਰ ਵੱਡਾ ਉਤਸਵ ਕੀਤਾ ਹੈ। ਕਹਿ ਕੁਟੰਬ ਕੋ ਹਰਕ ਸੁਦੀਨਾ। ਤੇ ਘਰ ਦੇ ਵਿੱਚ ਬੜੀ ਖੁਸ਼ੀ ਦੇ ਨਾਲ ਆਪਣੇ ਪਰਿਵਾਰ ਦੇ ਅੰਦਰ ਜਾ ਕੇ ਧੀਆਂ ਪੁੱਤਰਾਂ ਨੂੰ ਇਹ ਖੁਸ਼ੀ ਦਿੱਤੀ ਹੈ। ਇਤ ਸਤਿਗੁਰ ਮੇਲਾ ਕਰ ਆਛੇ। ਤੇ ਇਧਰ ਫਿਰ ਸਤਿਗੁਰੂ ਜੀਆਂ ਨੇ ਮੇਲਾ ਕਰਕੇ ਸਹਿਤ ਮਸੰਦ ਵਿਸਰਜਤ ਪਾਛੇ। ਔਰ ਸਾਰੇ ਮਸੰਦਾਂ ਨੂੰ ਸਤਿਗੁਰੂ ਜੀਆਂ ਨੇ ਵਿਦਾ ਕਰਨਾ ਹੈ। ਜਥਾ ਜੋਗ ਦੈ ਦੈ ਸਿਰ ਪਾਓ। ਔਰ ਸਤਿਗੁਰੂ ਜੀ ਜਥਾ ਜੋਗ ਜੋ ਜੋ ਸਿਰ ਪਾਓ, ਜੋ ਜੋ ਬਖਸ਼ਿਸ਼ ਕਿਸੇ ਗੁਰਸਿੱਖ ਦੀ ਬਣਦੀ ਹੈ, ਸਤਿਗੁਰੂ ਜੀ ਸਭਨਾਂ ਨੂੰ ਬਖਸ਼ਿਸ਼ਾਂ ਸਿਰ ਪਾਓ ਦੇ ਰਹੇ ਹਨ। ਤਿਸੀ ਦੇਸ਼ ਭੇਜੇ ਕਰਨਾਓ। ਔਰ ਵਾਪਸ ਉਹਨਾਂ ਦੇਸ਼ਾਂ ਦੇ ਵਿੱਚ ਸਤਿਗੁਰੂ ਜੀਆਂ ਨੇ ਇਹਨਾਂ ਨੂੰ ਭੇਜਿਆ ਹੈ। ਸਕਲ ਆਨੰਦ ਪਾਏ ਜਸ ਕਹੈ। ਔਰ ਸਾਰੀਆਂ ਸਿੱਖ ਸੰਗਤਾਂ ਸਤਿਗੁਰੂ ਜੀਆਂ ਦੇ ਦਰੋਂ ਘਰੋਂ ਆਨੰਦ ਪ੍ਰਾਪਤ ਕਰਕੇ ਜਸ ਕਰਦੀਆਂ ਹਨ। ਗਮਨੇ ਸਭ ਦੇਸ਼ਨ ਜਿਮ ਕਹੈ। ਔਰ ਜਿਹੜੇ ਜਿਹੜੇ ਦੇਸ਼ ਨੂੰ ਸਤਿਗੁਰੂ ਜੀ ਕਹਿੰਦੇ ਵਾਪਸ ਗਮਨ ਕਰ ਰਹੀਆਂ ਹਨ। ਸੰਗਤ ਨਿਜ ਨਿਜ ਸਦਨ ਸਿਧਾਰੀ। ਔਰ ਸੰਗਤਾਂ ਵੀ ਸਾਰੀਆਂ ਜਿਹੜੀਆਂ ਹਨ ਵਾਪਸ ਆਪਣੇ ਘਰਾਂ ਨੂੰ ਜਾ ਰਹੀਆਂ ਹਨ। ਜਹ ਕੈ ਕੀਰਤ ਗੁਰੂ ਉਚਾਰੀ। ਔਰ ਜਿੱਥੇ ਕਿੱਥੇ ਵੀ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦਾ ਜਸ ਹੋ ਰਿਹਾ ਹੈ। ਰਾਮੋ ਸਹਿਤ ਜੋ ਸਾਈਂ ਦਾਸ। ਔਰ ਭਾਈ ਸਾਈਂ ਦਾਸ ਜੀ, ਬੀਬੀ ਰਾਮੋ ਜੀ, ਇਹ ਵੀ ਸਤਿਗੁਰੂ ਜੀਆਂ ਦੇ ਅੱਗੇ ਨਮਸਕਾਰ ਕਰ ਰਹੇ ਹਨ। ਹਾਥ ਜੋੜ ਕੀ ਨਸ ਅਰਦਾਸ। ਤੇ ਦੋਵੇਂ ਹੱਥ ਜੋੜ ਕਰਕੇ ਸਤਿਗੁਰੂ ਜੀਆਂ ਦੇ ਅੱਗੇ ਬੇਨਤੀ ਕਰ ਰਹੇ ਹਨ। ਮੈਂ ਪਹਿਲਾਂ ਵੀ ਬੇਨਤੀ ਕੀਤੀ ਕਿ ਇਹ ਸਤਿਗੁਰੂ ਜੀਆਂ ਦੇ ਰਿਸ਼ਤੇ ਦੇ ਅੰਦਰ ਭਾਈ ਸਾਈਂ ਦਾਸ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਸਾਂਢੂ ਲੱਗਦੇ ਨੇ। ਔਰ ਇੱਥੇ ਇਹ ਕੁਝ ਦਿਨ ਠਹਿਰਨ ਤੋਂ ਬਾਅਦ ਸਤਿਗੁਰੂ ਜੀਆਂ ਦੇ ਅੱਗੇ ਦੋਵੇਂ ਹੱਥ ਜੋੜ ਬੇਨਤੀ ਕਰ ਰਹੇ ਹਨ। ਦੇਹੋ ਰਜਾਏ ਕਰੁਣਾ ਕੋ ਠਾਨ। ਸਤਿਗੁਰੂ ਜੀ ਅਸੀਂ ਕੁਝ ਦਿਨ ਠਹਿਰੇ ਹਾਂ, ਆਪ ਜੀ ਹੁਣ ਕਿਰਪਾ ਕਰੋ, ਸਾਨੂੰ ਜਾਣ ਦੀ ਆਗਿਆ ਦਵੋ। ਰਹੇ ਦਿਵਸ ਬਹੁ ਕਰਹਿ ਪਿਆਨ। ਹੁਣ ਸਾਨੂੰ ਬੜੇ ਦਿਵਸ ਦਿਨ ਹੋ ਗਏ ਹਨ, ਹੁਣ ਸਾਨੂੰ ਜਾਣ ਦੀ ਆਪ ਜੀ ਆਗਿਆ ਦੇਵੋ। ਆਪ ਆਗਮਨ ਹੋਏ ਤਿਸ ਦੇਸ਼। ਤੇ ਸਤਿਗੁਰੂ ਜੀ ਕਿਰਪਾ ਕਰੋ,
ਸਾਡੇ ਦੇਸ਼ ਦੇ ਅੰਦਰ ਵੀ ਆਪ ਜੀ ਆਉਣਾ ਕਰੋ। ਤਹ ਦਰਸ਼ਨ ਕੋ ਚਹਿਤ ਅਸ਼ੇਸ਼। ਅਨੇਕਾਂ ਹੀ ਸਿੱਖ ਸੰਗਤਾਂ ਤੁਹਾਡੇ ਦਰਸ਼ਨਾਂ ਦੀ ਮੰਗ ਕਰਦੀਆਂ ਹਨ। ਤਬ ਸਤਿਗੁਰ ਨਿਜ ਸਾਰੀ ਜਾਨ। ਸਤਿਗੁਰੂ ਜੀਆਂ ਨੇ ਸਾਰੀ ਜੁਗਤੀ ਨੂੰ ਜਾਣਦਿਆਂ ਹੋਇਆਂ ਮੁਖ ਮੁਸਕਾਵਤ ਕੀਨ ਬਖਾਨ। ਔਰ ਮੁਸਕਰਾ ਕਰਕੇ ਭਾਈ ਸਾਈਂ ਦਾਸ ਬੀਬੀ ਰਾਮੋ ਜੀਆਂ ਨੂੰ ਬਚਨ ਕੀਤੇ। ਪ੍ਰਥਮ ਰਹੇ ਤੁਮ ਘਰ ਚਿਰਕਾਲ। ਸਤਿਗੁਰੂ ਜੀ ਕਹਿੰਦੇ ਪਹਿਲਾਂ ਵੀ ਅਸੀਂ ਬਹੁਤ ਸਮਾਂ ਆਪ ਜੀਆਂ ਦੇ ਘਰ ਦੇ ਵਿੱਚ ਠਹਿਰੇ ਸੀ। ਬਹੁਰ ਆਏ ਹਮ ਬਸੇ ਵਿਸਾਲ। ਫਿਰ ਸਤਿਗੁਰੂ ਕਹਿੰਦੇ ਅਸੀਂ ਫਿਰ ਜਲਦੀ ਆਵਾਂਗੇ, ਫਿਰ ਆਣ ਕਰਕੇ ਵਸਾਂਗੇ। ਰਹੋ ਪ੍ਰਤੀਕਤ ਨਿਸ਼ਚੈ ਹੈ। ਸਤਿਗੁਰੂ ਕਹਿੰਦੇ ਨਿਸ਼ਚੇ ਦੇ ਨਾਲ, ਪ੍ਰੇਮ ਦੇ ਨਾਲ ਰਹਿਣਾ ਕਰੋ, ਜਲਦੀ ਆਵਾਂਗੇ। ਤੁਮਰੋ ਪ੍ਰੇਮ ਰਹਿਨ ਨਹਦਾ ਹੈ। ਕਹਿੰਦੇ ਤੁਹਾਡਾ ਪ੍ਰੇਮ ਸਾਨੂੰ ਆਉਣ ਤੋਂ ਰਹਿਣ ਨਹੀਂ ਦਿੰਦਾ। ਤ੍ਰੈ ਦਮੋਦਰੀ ਆਦਿਕ ਜੇਈ। ਔਰ ਸਾਧ ਸੰਗਤ ਜੀ, ਦਮੋਦਰੀ ਜੀ, ਮਾਤਾ ਦਮੋਦਰੀ ਜੀ, ਮਾਤਾ ਮਰਵਾਹੀ ਜੀ, ਮਾਤਾ ਨਾਨਕੀ ਜੀ, ਇਹਨਾਂ ਤਿੰਨੋਂ ਦੇ ਅੱਗੇ ਮਿਲ ਕਰ ਸਭੈ ਨਮੈ ਕਰ ਸੇਈ। ਔਰ ਜਾਣ ਲੱਗਿਆਂ ਫਿਰ ਤਿੰਨਾਂ ਦੇ ਅੱਗੇ, ਸਤਿਗੁਰੂ ਜੀਆਂ ਦੇ ਅੱਗੇ ਬੇਨਤੀ ਕੀਤੀ, ਨਮਸਕਾਰ ਕੀਤੀ ਹੈ। ਗਏ ਡਰੋਲੀ ਕੋ ਸੁਖ ਪਾਏ। ਔਰ ਬੜੇ ਪ੍ਰੇਮ ਦੇ ਨਾਲ ਸਾਈਂ ਦਾਸ ਜੀ, ਮਾਤਾ ਰਾਮੋ ਜੀ, ਇਹ ਆਪਣੇ ਨਗਰ ਡਰੌਲੀ ਨੂੰ ਜਾ ਕਰਕੇ ਇਹਨਾਂ ਨੇ ਸੁਖ ਪਾਉਣਾ ਕੀਤਾ ਹੈ। ਨਿਤ ਸਤਿਗੁਰ ਸਿਮਰੈ ਚਿਤ ਪਾਏ। ਔਰ ਆਪਣੇ ਨਗਰ ਦੇ ਅੰਦਰ ਜਾ ਕਰਕੇ ਡਰੌਲੀ ਵਿਖੇ ਪਹੁੰਚ ਕਰਕੇ ਸੁਖ ਦੇ ਨਾਲ ਵਸੇ ਤੇ ਸੁਖ ਦੇ ਨਾਲ ਵਸਦਿਆਂ ਸਤਿਗੁਰੂ ਜੀਆਂ ਨੂੰ ਯਾਦ ਕਰਦੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੀ ਉਸਤਤੀ ਕਰ ਰਹੇ ਹਨ। ਸ਼੍ਰੀ ਗੁਰ ਦਿੱਤੇ ਪਿਤ ਰੁਖ ਜਾਨ। ਤੇ ਇਧਰ ਬਾਬਾ ਗੁਰਦਿੱਤਾ ਜੀਆਂ ਨੇ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦਾ ਰੁਖ ਸਮਝਦਿਆਂ ਹੋਇਆ ਆਏ ਸਪਾਏ ਤਿਆਰੀ ਠਾਨ। ਤੇ ਇਹਨਾਂ ਨੇ ਵੀ ਫਿਰ ਬੜੀ ਜਲਦੀ ਦੇ ਨਾਲ ਸਤਿਗੁਰੂ ਜੀਆਂ ਤੋਂ ਆਗਿਆ ਲੈ ਕਰਕੇ ਤਿਆਰੀ ਕੀਤੀ ਹੈ। ਨੱਤੀ ਧੀਰ ਮਲ ਲੈ ਗੋਦ। ਔਰ ਬਾਬਾ ਗੁਰਦਿੱਤਾ ਜੀਆਂ ਦੀ ਪਤਨੀ ਜਿਨ੍ਹਾਂ ਨੇ ਧੀਰ ਮਲ ਜੀਆਂ ਨੂੰ ਆਪਣੀ ਗੋਦ ਦੇ ਵਿੱਚ ਲਿਆ ਹੋਇਆ ਹੈ। ਸਭ ਸਾਸਨ ਸੰਗ ਮਿਲੀ ਪ੍ਰਮੋਦ। ਔਰ ਤਿੰਨਾਂ ਸੱਸਾਂ ਨੂੰ ਫੇਰ ਨਾਮ ਲਵਾਂ, ਮਾਤਾ ਦਮੋਦਰੀ ਜੀ, ਮਾਤਾ ਨਾਨਕੀ ਜੀ, ਮਾਤਾ ਮਰਵਾਹੀ ਜੀ, ਇਹਨਾਂ ਤਿੰਨਾਂ ਔਰ ਤਿੰਨਾਂ ਸੱਸਾਂ ਨੂੰ ਫੇਰ ਨਾਮ ਲਵਾਂ, ਮਾਤਾ ਦਮੋਦਰੀ ਜੀ, ਮਾਤਾ ਨਾਨਕੀ ਜੀ, ਮਾਤਾ ਮਰਵਾਹੀ ਜੀ, ਇਹਨਾਂ ਤਿੰਨਾਂ ਆਪਣੀਆਂ ਸੱਸਾਂ ਨੂੰ ਨਮਸਕਾਰ ਕਰਦਿਆਂ ਹੋਇਆਂ ਨਮਸਕਾਰ ਕਰ ਸਯੰਦਨ ਚਰੀ। ਔਰ ਨਮਸਕਾਰ ਕਰਕੇ ਰਥ ਦੇ ਉੱਪਰ ਸੁਭਾਏਮਾਨ ਚੜ ਕਰਕੇ ਸ਼੍ਰੀ ਕਰਤਾਰਪੁਰੇ ਮਗ ਪਰੀ। ਔਰ ਸ਼੍ਰੀ ਕਰਤਾਰਪੁਰੇ ਦੇ ਰਸਤੇ ਵੱਲ ਨੂੰ ਚੱਲੇ ਹਨ। ਸ਼੍ਰੀ ਗੁਰ ਦਿੱਤਾ ਪਹੁੰਚਿਓ ਜਾਏ। ਔਰ ਬਾਬਾ ਗੁਰਦਿੱਤਾ ਜੀ ਕਰਤਾਰਪੁਰ ਸਾਹਿਬ ਜੀਆਂ ਦੀ ਧਰਤੀ ਤੇ ਉੱਪਰ ਜਾ ਕਰਕੇ ਵਸੇ ਹਨ। ਬਸੇ ਤਹਾਂ ਹੀ ਸੁਖ ਉਪਜਾਏ। ਔਰ ਉੱਥੇ ਵਸ ਕਰਕੇ ਬੜੇ ਪ੍ਰੇਮ ਦੇ ਨਾਲ ਸੁਖ ਨੂੰ ਪ੍ਰਾਪਤ ਕਰ ਰਹੇ ਹਨ। ਦਾਸ ਇੱਥੇ ਕਥਾ ਨੂੰ ਸੰਕੋਚਦਾ ਹੈ। ਅਗਲੇ ਦੀਵਾਨਾਂ ਦੇ ਅੰਦਰ ਸਤਿਗੁਰੂ ਜੀਆਂ ਦਾ ਪਾਵਨ ਪਵਿੱਤਰ ਇਤਿਹਾਸ ਆਪ ਜੀ ਸਰਵਣ ਕਰੋਗੇ। ਦਾਸ ਦੇ ਪਾਸੋਂ ਵਿਚਾਰਾਂ ਕਰਦਿਆਂ ਹੋਇਆਂ ਸਤਿਗੁਰੂ ਜੀਆਂ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਸਰਵਣ ਕਰਾਉਂਦਿਆਂ ਹੋਇਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਣੀਆਂ ਸੁਭਾਵਿਕ ਨੇ। ਆਪ ਸਰਬੱਤ ਸੰਗਤਾਂ ਬਖਸ਼ਣ ਯੋਗ ਹੋ ਬਖਸ਼ ਲੈਣਾ। ਨੇੜੇ ਬੜੀ ਨਜ਼ਦੀਕ ਆਪਾਂ ਕਹਿ ਲਈਏ ਕਿ ਵਿਸਾਖੀ ਦਾ ਮਹਾਨ ਪੁਰਬ ਆ ਰਿਹਾ ਹੈ। ਔਰ ਸਾਧ ਸੰਗਤ ਜੀ ਆਪਾਂ ਗੁਰੂ ਕੇ ਪਿਆਰੇ ਗੁਰਸਿੱਖ ਬਣੀਏ, ਸਤਿਗੁਰੂ ਜੀਆਂ ਦੇ ਸਕੂਲ ਦੇ ਅੰਦਰ ਦਾਖਲ ਹੋਈਏ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦਾ ਜੋ ਹੁਕਮ ਹੈ ਉਸ ਹੁਕਮ ਨੂੰ ਮੰਨੀਏ, ਕਿਉਂਕਿ ਜਿਹੜਾ ਅਜੇ ਤੱਕ ਗੁਰੂ ਕਾ ਸਿੱਖ ਨਹੀਂ ਬਣਿਆ ਉਹ ਨਿਗੁਰਾ ਹੈ। ਤੇ ਆਪਾਂ ਪਾਵਨ ਗੁਰਬਾਣੀ ਦੇ ਅੰਦਰ ਪੜ੍ਹਦੇ ਹਾਂ ਨਾ, ਨਿਗੁਰੇ ਦਾ ਤੇ ਨਾਂ ਲੈਣਾ ਵੀ ਮਾੜਾ ਹੈ। ਨਿਗੁਰੇ ਕਾ ਹੈ ਨਾਉ ਬੁਰਾ। ਮਹਾਰਾਜ ਕਹਿੰਦੇ ਜਿਹੜਾ ਗੁਰੂ ਵਾਲਾ ਹੀ ਨਹੀਂ ਬਣਿਆ, ਕਿਉਂਕਿ ਸਾਡੇ ਵੱਡੇ ਭਾਗ ਕਦੋਂ ਬਣਨਗੇ? ਜਦੋਂ ਆਪਾਂ ਸਤਿਗੁਰੂ ਜੀਆਂ ਦੇ ਚਰਨਾਂ ਕਮਲਾਂ ਦੇ ਅੰਦਰ ਜੁੜ ਕਰਕੇ ਸਤਿਗੁਰੂ ਜੀਆਂ ਦੇ ਹੁਕਮ ਨੂੰ ਮੰਨ ਕਰਕੇ ਖੰਡੇ ਬਾਟੇ ਦੀ ਪਹੁਲ ਅੰਮ੍ਰਿਤ ਪਾਨ ਕਰਕੇ ਇਸ ਪਾਵਨ ਸਕੂਲ ਦੇ ਵਿੱਚ ਦਾਖਲਾ ਲਵਾਂਗੇ।
ਕਿਉਂਕਿ ਜੇਕਰ ਅਸੀਂ ਦਾਖਲ ਨਹੀਂ ਹੋਵਾਂਗੇ, ਪ੍ਰੇਮਾ ਭਗਤੀ ਨਹੀਂ ਹੋਵੇਗੀ, ਸਤਿਗੁਰੂ ਜੀਆਂ ਦੀ ਪ੍ਰਸੰਨਤਾ ਨਹੀਂ ਮਿਲੇਗੀ। ਇਸ ਕਰਕੇ ਖੰਡੇ ਬਾਟੇ ਦੀ ਪਹੁਲ ਛਕੀਏ, ਗੁਰੂ ਵਾਲੇ ਬਣੀਏ, ਗੁਰਸਿੱਖੀ ਨੂੰ ਅਪਣਾਈਏ, ਬਾਣੀ ਬਾਣੇ ਦੇ ਧਾਰਨੀ ਹੋਈਏ, ਨਿਤਨੇਮ ਦੇ ਧਾਰਨੀ ਹੋਈਏ। ਸਾਧ ਸੰਗਤ ਜੀ, ਸਤਿਗੁਰੂ ਜੀ ਅਨੇਕਾਂ ਹੀ ਬਖਸ਼ਿਸ਼ਾਂ ਸਾਡੀ ਝੋਲੀ ਪਾਉਣਗੇ। ਸਤਿ